जुड़ बैठी सरबत गुरु रूप सत संगत जी। सारे गज बज के आखो वाहिगुरु जी का खालसा वाहिगुरु जी की फतेह। आप जी ने ਅੰਮ੍ਰਿਤ ਵੇਲੇ ਤੋਂ ਲੈ ਕੇ ਪਹਿਲਾਂ ਨਿਤਨੇਮ ਦੀਆਂ ਬਾਣੀਆਂ ਦਾ ਜਾਪ, ਉਪਰੰਤ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ, ਉਸ ਤੋਂ ਬਾਅਦ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਜੋ ਅੱਜ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ, ਮੂਲ ਪਾਠ ਜਿਹੜਾ ਹੈ ਪ੍ਰੇਮ ਸਹਿਤ ਸਰਵਣ ਕੀਤਾ ਹੈ। ਵਡ ਭਾਗੇ ਬਣੇ ਹੋ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਓ। ਬਿਨਾ ਸ਼ੁਭ ਕਰਮਾਂ ਤੋਂ ਗੁਰੂ ਦਰਬਾਰ ਵਿੱਚ ਹਾਜ਼ਰੀ ਭਰਨ ਦਾ ਜਿਹੜਾ ਸਮਾਂ ਹੈ ਪ੍ਰਾਪਤ ਨਹੀਂ ਹੋਇਆ ਕਰਦਾ। ਗੁਰੂ ਸਾਹਿਬ ਨੇ ਸਾਰੇ ਸ੍ਰੇਸ਼ਟ ਕਰਮਾਂ ਦੇ ਵਿੱਚੋਂ ਸ੍ਰੇਸ਼ਟ ਕਰਮ ਕਿਹੜਾ ਕਿਹਾ ਹੈ? ਗੁਰੂ ਸਾਹਿਬ ਕਹਿੰਦੇ ਹਨ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਿਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਹਰ ਕੀਰਤ ਸਾਧ ਸੰਗਤ ਹੈ। ਹਰ ਕੀਰਤ ਤੋਂ ਭਾਵ ਹਰੀ ਦਾ ਜਸ ਕਰਨਾ, ਸਾਧ ਸੰਗਤ ਵਿੱਚ ਜੁੜਨਾ ਸਾਰੇ ਕਰਮਾਂ ਤੋਂ ਸ੍ਰੇਸ਼ਟ ਕਰਮ ਮੰਨਿਆ ਜਾਂਦਾ। ਸਿਰ ਕਰਮਨ ਕੇ ਕਰਮਾ। ਸ੍ਰੇਸ਼ਟ ਧਰਮ ਕਿਹੜਾ ਹੈ? ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਪਰਮੇਸ਼ਰ ਦਾ ਨਾਮ ਜਪਣਾ, ਨਿਰਮਲ ਮੈਲ ਤੋਂ ਰਹਿਤ ਸ਼ੁਭ ਕਰਮ ਕਰਨੇ, ਇਹ ਸ੍ਰੇਸ਼ਟ ਧਰਮ ਹੈ ਸਾਧ ਸੰਗਤ ਜੀ। ਧਰਮ ਤੋਂ ਬਿਨਾਂ ਮਨੁੱਖ ਦੇ ਵਿੱਚ ਇਨਸਾਨੀਅਤ ਨਹੀਂ ਆ ਸਕਦੀ। ਜੇ ਧਰਮ ਹੈ ਤੇ ਇਨਸਾਨੀਅਤ ਵੀ ਤਾਂ ਹੀ ਹੈ। ਆਪ ਜੀ ਕਈ ਵਾਰੀ ਸਰਵਣ ਕਰਦੇ ਹੋ, ਕਈ ਗੁਰਮੁਖ ਪਿਆਰੇ ਇੱਕ ਪੰਕਤੀ ਪੜ੍ਹਦੇ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ, ਬਾਹਰੋਂ ਹੈ। ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਕਈ ਇਹਦਾ ਅਰਥ ਗਲਤ ਲਾ ਦਿੰਦੇ ਹੈ ਕਿ ਰਾਜ ਤੋਂ ਬਿਨਾ ਧਰਮ ਨਹੀਂ ਚੱਲ ਸਕਦਾ। ਨਹੀਂ, ਧਰਮ ਤੋਂ ਬਿਨਾ ਰਾਜ ਨਹੀਂ ਚੱਲ ਸਕਦਾ। ਜਿਹੜਾ ਰਾਜਾ ਧਰਮੀ ਨਹੀਂ, ਐਸੇ ਰਾਜਿਆਂ ਦੇ ਰਾਜ ਗਰਕ ਹੋ ਜਾਂਦੇ ਹਨ। ਜਿਹੜੇ ਰਾਜੇ ਧਰਮ ਤੇ ਨਹੀਂ ਰਹੇ, ਅੱਜ ਉਹਨਾਂ ਦੇ ਮਹਿਲਾਂ 'ਚ ਸਾਧ ਸੰਗਤ ਜੀ ਕਬੂਤਰ ਬੋਲਦੇ ਹੈ। ਧਰਮ ਜ਼ਰੂਰੀ ਹੈ। ਧਰਮ ਦੇ ਆਸਰੇ ਧਰਤੀ ਖੜੀ ਹੈ, ਧਰਮ ਦੇ ਆਸਰੇ ਤੇ ਅਖੰਡ ਬ੍ਰਹਿਮੰਡ ਖੜੇ ਹਨ। ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹੋ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ ਪਤਾਲ। ਇਹ ਆਕਾਸ਼ ਪਤਾਲ ਧਰਮ ਦਾ ਅਰਥ ਕੀ ਹੈ? ਧਰਮ ਦਾ ਅਰਥ ਹੈ ਜਿਹਨੇ ਧਾਰਨ ਕੀਤਾ ਹੋਇਆ ਸਭ ਕੁਝ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨਸੂਤ। ਧੌਲ ਧਰਮ, ਧਰਮ ਰੂਪੀ ਬੈਲ, ਦਇਆ ਕਾ ਪੂਤ, ਦਇਆ ਰੂਪੀ ਗਊ ਦਾ ਪੁੱਤਰ ਹੈ, ਜਿਹਦੇ ਆਸਰੇ ਤੇ ਧਰਤੀ ਖੜੀ ਹੈ, ਸੰਤੋਖ ਰੂਪੀ ਘਾਹ ਨੂੰ ਖਾਣਾ ਕਰਦਾ ਹੈ। ਇਸ ਕਰਕੇ ਧਰਮ ਜਿਹੜਾ, ਧਰਮ ਤੋਂ ਹੀ ਇਨਸਾਨੀਅਤ ਪੈਦਾ ਹੁੰਦੀ ਹੈ। ਜੇ ਮਨੁੱਖ ਦੇ ਵਿੱਚ ਧਰਮ ਨਹੀਂ ਤਾਂ ਉਹ ਇਨਸਾਨ ਵੀ ਚੰਗਾ ਨਹੀਂ ਬਣ ਸਕਦਾ, ਉਹਦੇ 'ਚ ਇਨਸਾਨੀਅਤ ਵੀ ਨਹੀਂ ਆਵੇਗੀ। ਸੋ ਸਾਰੇ ਧਰਮਾਂ ਤੋਂ ਸ੍ਰੇਸ਼ਟ ਧਰਮ ਹੈ ਹਰੀ ਦਾ ਜਸ ਕਰਨਾ। ਆਪਣੇ ਸਾਰਿਆਂ ਦੇ ਹੀ ਵੱਡੇ ਭਾਗ ਹਨ ਸਾਧ ਸੰਗਤ ਜੀ। ਭਾਈ ਗੁਰਦਾਸ ਜੀ ਕਹਿੰਦੇ ਹੈ, ਧਿਰਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੇ ਨਾ ਚਰਨੀ। ਉਹ ਸਿਰ ਧਿਰਗ ਹੈ ਜਿਹੜਾ ਆਪਣੇ ਗੁਰੂ ਦੇ ਅੱਗੇ ਸਾਧ ਸੰਗਤ ਨਹੀਂ ਝੁਕਦਾ। ਬਿਨ ਸੇਵਾ ਧਿਰਗ ਹੱਥ ਪੈਰ ਹੋਰ ਨਹਿਫਲ ਕਰਨੀ। ਉਹ ਹੱਥ ਪੈਰ ਵੀ ਧਿਰਗ ਹਨ ਜਿਹੜੇ ਹੱਥਾਂ ਪੈਰਾਂ ਨਾਲ ਚੱਲ ਕੇ ਤੇ ਹੱਥ ਜਿਹੜੇ ਹੈ ਸੇਵਾ ਨਹੀਂ ਕਰਦੇ। ਹੱਥੀਂ ਸੇਵਾ
ਬਰਤਨ ਮਾਂਜਣ ਦੀ ਸੇਵਾ, ਝਾੜੂ ਦੀ ਸੇਵਾ, ਇਹ ਵੱਡਾ ਸਾਧ ਸੰਗਤ ਜੀ ਤਪ ਹੈ ਜੋ ਆਪ ਜੀ ਨੇਤਾ ਪ੍ਰਤੀ ਇੱਥੇ ਕਰਦੇ ਹੋ। 2 ਵਜੇ ਲਾਈਵ ਸ਼ੁਰੂ ਹੋ ਜਾਂਦਾ, ਉਸ ਤੋਂ ਪਹਿਲਾਂ ਕਈ ਤਾਂ ਐਸੇ ਪਿਆਰ ਵਾਲੇ ਇੱਥੇ ਪ੍ਰੇਮੀ ਬੈਠੇ ਆ ਜਿਹੜੇ ਸਾਰੀ ਰਾਤ ਗੁਰੂ ਦੇ ਪਿਆਰ ਵਿੱਚ ਸੌਂਦੇ ਵੀ ਨਹੀਂ ਤੇ ਸੇਵਾ 'ਚ, ਸਾਫ ਸਫਾਈ ਦੀ ਸੇਵਾ 'ਚ, ਹੋਰ ਸਾਰੀ ਸੇਵਾ 'ਚ ਲੱਗੇ ਰਹਿੰਦੇ। ਗੁਰ ਸੇਵਾ ਤਪਾਂ ਸਿਰ ਤਪਸਾਰ, ਗੁਰੂ ਘਰ ਦੀ ਸੇਵਾ ਤਪਾਂ ਦੇ ਵਿੱਚੋਂ ਵੱਡਾ ਤਪ ਹੈ। ਗੁਰੂ ਸਾਹਿਬ ਨੇ ਆਪਣੇ ਸਿੱਖ ਨੂੰ ਕਹਿ ਦਿੱਤਾ, ਤੈਨੂੰ ਧੂਣੀਆਂ ਤਾਪਣ ਦੀ ਜਾਂ ਜਲ ਧਾਰੇ ਕਰਨ ਦੀ ਲੋੜ ਨਹੀਂ, ਤੂੰ ਭਾਈ ਲੰਗਰਾਂ ਦੀ ਸੇਵਾ, ਝਾੜੂ ਦੀ ਸੇਵਾ, ਬਰਤਨਾਂ ਦੀ ਸੇਵਾ ਇਹ ਕਰ, ਇਦੋਂ ਵੱਡਾ ਕੋਈ ਤਪ ਨਹੀਂ। ਇਸ ਕਰਕੇ ਜਿੰਨਾ ਸਮਾਂ ਮਿਲਦਾ ਹੈ ਸਤਸੰਗ ਦੇ ਵਿੱਚ ਸਾਨੂੰ ਬਤੀਤ ਕਰਨਾ ਚਾਹੀਦਾ। ਸਾਧ ਸੰਗਤ ਇੱਕ ਹੁੰਦੀ ਹੈ, ਸੰਗਤ ਇੱਕ ਹੁੰਦੀ ਹੈ ਸਤ ਸੰਗਤ। ਸੰਗਤ ਜਿੱਥੇ 2 ਜਾਣੇ ਜੁੜ ਕੇ ਬਹਿੰਦੇ ਹੈ ਉਹ ਮਾੜੇ ਵੀ ਹੋ ਸਕਦੇ ਨੇ, ਇਸ ਕਰਕੇ ਮਾੜੀ ਸੰਗਤ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ। ਨੰਬਰ 2, ਸਾਧ ਸੰਗਤ ਜਿੱਥੇ ਭਲੇ ਪੁਰਸ਼ ਜੁੜ ਕੇ ਬਹਿੰਦੇ ਨੇ। ਸਾਧ ਨਾਮ ਭਲੇ ਪੁਰਸ਼ ਦਾ ਹੈ। ਸਾਧ ਨਾਮ ਨਿਰਮਲਤਾ ਕੇ ਕਰਮ, ਜਿਹੜਾ ਸ਼ੁਭ ਕਰਮ ਕਰਦਾ ਹੈ ਉਹੀ ਸਾਧ ਹੈ ਸਾਧ ਸੰਗਤ ਜੀ। ਜੇ ਜਟਾਂ ਵੀ ਵਧਾ ਲੀਆਂ ਤੇ ਭਗਵਾਂ ਬਾਣਾ ਵੀ ਪਾਲਿਆ, ਸ਼ੁਭ ਕਰਮ ਨਹੀਂ ਤਾਂ ਉਹ ਪਖੰਡੀ ਹੈ, ਸਾਧ ਨਹੀਂ। ਇਹ ਮਹਾਰਾਜ ਨੇ ਇਹਨਾਂ ਸ਼ਬਦਾਂ ਦੇ ਵਿੱਚ 9ਵੇਂ ਪਾਤਸ਼ਾਹ ਨੇ ਸਾਧੋ ਕਹਿ ਕੇ, ਸਾਧੋ ਦਾ ਅਰਥ ਹੈ ਸਾਧ ਸੰਗਤ ਜੀ। ਸਾਧੋ ਦਾ ਅਰਥ ਹੈ, ਹੇ ਪਿਆਰਿਓ ਸ਼ੁਭ ਕਰਮ ਕਰਨ ਵਾਲਿਓ, ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੱਚੇ ਪਾਤਸ਼ਾਹ 9ਵੇਂ ਪਾਤਸ਼ਾਹ ਬੜੀ ਬੈਰਾਗਮਈ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਤਾਂ ਸਾਰੀ ਹੀ ਦੁਨੀ ਬੈਰਾਗ ਬਖਸ਼ਦੀ ਹੈ, ਤਿਆਗ ਬਖਸ਼ਦੀ ਹੈ। ਜਿਹੜੇ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਦੁਸ਼ਟ ਬੈਠੇ ਹੈ, ਇਹਨਾਂ ਦੁਸ਼ਟਾਂ ਦਾ ਨਾਸ਼ ਕਰਨ ਵਾਲੀ ਗੁਰਬਾਣੀ ਹੀ ਹੈ। ਸਾਧ ਸੰਗਤ ਜੀ, ਇਹ ਗੁਰਬਾਣੀ ਦੇ ਜਾਪ ਦੇ ਜਰੀਏ ਹੀ ਵਸ ਆ ਸਕਦੇ ਨੇ, ਹੋਰ ਕੋਈ ਤਰੀਕਾ ਨਹੀਂ। ਇਸ ਕਰਕੇ ਸੰਸਾਰ ਚਲੋ ਚਲੀ ਦਾ ਮੇਲਾ ਹੈ। ਰਾਮ ਗਿਓ ਰਾਵਣ ਗਿਓ ਜਾਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਿਛ ਨਹੀਂ, ਸੁਪਨੇ ਜਿਉ ਸੰਸਾਰ। ਇੱਕ ਸਾਹ ਆ ਗਿਆ, ਦੂਜੇ ਦੀ ਆਸ ਨਹੀਂ। ਰਾਮ ਜੀ ਤ੍ਰੇਤੇ ਯੁੱਗ ਦੇ ਅਵਤਾਰ ਹੋਏ ਹਨ ਵਿਸ਼ਨੂੰ ਦੇ, 14 ਕਲਾ ਸੰਪੂਰਨ, ਉਹ ਵੀ ਨਹੀਂ ਰਹੇ। ਜੇ ਰਾਵਣ ਨਹੀਂ ਰਿਹਾ ਤੇ ਸਰੀਰ ਕਰਕੇ ਉਹ ਵੀ ਨਹੀਂ ਰਹੇ। ਇਸ ਕਰਕੇ ਸੰਸਾਰ ਸੁਪਨੇ ਦੀ ਨਿਆਈ ਹੈ ਸਾਧ ਸੰਗਤ ਜੀ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਸੋ ਜਿੰਨਾ ਸਮਾਂ ਮਿਲੇ ਗੁਰਬਾਣੀ ਦਾ ਜਾਪ ਨਿਤਨੇਮ ਦੇ ਵਿੱਚ ਸਾਨੂੰ ਨਿਭਾਉਣਾ ਚਾਹੀਦਾ ਹੈ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਬੈਰ ਵਿਰੋਧ ਕਾਮ ਕ੍ਰੋਧ ਲੋਭ ਮੋਹ ਝੂਠ ਬਕਾਰ ਲੋਭ ਮਹਾਤਰੋ ਇਆਹੂ ਜੁਗਤ ਬਿਹਾਨੇ ਕਈ ਜਨਮ। हे ਸੱਚੇ ਪਾਤਸ਼ਾਹ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਚ ਪੈ ਕੇ, ਬੈਰ ਵਿਰੋਧ ਵਿੱਚ ਪੈ ਕੇ, ਈਰਖਾ ਚ ਪੈ ਕੇ ਕਈ ਜਨਮ ਸਾਡੇ ਲੰਘ ਗਏ ਹੈ। ਸੋ ਕਿਰਪਾ ਕਰੋ, ਹੁਣ ਸਾਨੂੰ ਬਖਸ਼ ਦਿਓ। ਹੁਣ ਸਾਡਾ ਜੰਮਣਾ ਮਰਨਾ ਕੱਟ ਦਿਓ, ਕਿਉਂਕਿ ਜਿੰਨਾ ਸਮਾਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਅੰਦਰੋਂ ਹੰਕਾਰ ਨਹੀਂ ਜਾਂਦਾ। ਜੇ ਹੰਕਾਰ ਹੈ ਤਾਂ ਇਹਦਾ ਮਤਲਬ ਗਿਆਨ ਨਹੀਂ। ਜੇ ਗਿਆਨ ਆ ਗਿਆ ਤੇ ਹੰਕਾਰ ਉੱਥੇ ਮਾਈਨਸ ਹੋ ਜੂ, ਖਤਮ ਹੋ ਜਾਊਗਾ। ਸੋ ਜਿੰਨਾ ਸਮਾਂ ਹੰਕਾਰ ਦਾ ਭਾਵ ਹੈ, ਦਵੈਤ ਭਾਵ ਹੈ, ਓਨਾ ਸਮਾਂ ਬਾਰ-ਬਾਰ ਜਨਮ ਹੁੰਦਾ ਰਹੇਗਾ, ਬਾਰ-ਬਾਰ ਮਰਨਾ ਹੁੰਦਾ ਰਹੇਗਾ। ਇਸ ਕਰਕੇ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਦਿੰਦੇ ਨੇ? 9ਵੇਂ ਨਾਨਕ 9ਵੇਂ ਪਾਤਸ਼ਾਹ ਜਿਨ੍ਹਾਂ ਨੇ ਤਿਲਕ ਜੰਜੂ ਨੂੰ ਬਚਾਉਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ। ਜੇ ਅੱਜ ਇਸ ਦੇਸ਼ ਦਾ ਨਾਂ ਹਿੰਦੁਸਤਾਨ ਹੈ ਤਾਂ ਇਹ 9ਵੇਂ ਪਾਤਸ਼ਾਹ ਦੀ ਉਹ ਕਿਰਪਾ ਨਹੀਂ, ਹੋਰ ਇਹ ਕੋਈ ਨਾਂ ਹੁੰਦਾ। ਸੁਨਤ ਹੋਤੀ ਸਭ ਕੀ, ਸਭ ਦੀ ਇੱਥੇ ਸੁਨਤ ਹੋਣੀ ਸੀ। 9ਵੇਂ ਪਾਤਸ਼ਾਹ ਨੇ ਸੀਸ ਦਾ ਬਲੀਦਾਨ ਦੇ ਕੇ
ਇਹ ਹਿੰਦ ਨੂੰ ਰੱਖਿਆ। ਇਸ ਕਰਕੇ ਜਿਸ ਜ਼ਾਲਮ ਹਕੂਮਤ ਨੇ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ, ਅੱਜ ਉਸ ਜ਼ਾਲਮ ਹਕੂਮਤ ਦਾ ਜਿਹੜਾ ਤਖਤ ਹੈ ਉੱਥੇ ਸਾਧ ਸੰਗਤ ਜੀ ਪੰਛੀ ਬਿਠਾਂ ਕਰਦੇ ਹੈ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਲੀਦਾਨ ਦਿੱਤਾ, ਸ਼ਹਾਦਤ ਹੋਈ 9ਵੇਂ ਪਾਤਸ਼ਾਹ ਦੀ, ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਉੱਥੇ ਸੋਨੇ ਦੇ ਕਲਸ਼ ਚੜੇ ਪਏ ਹੈ। ਸੋ ਆਓ 9ਵੇਂ ਪਾਤਸ਼ਾਹ ਸਾਨੂੰ ਕਲਯੁਗ ਦੇ ਜੀਵਾਂ ਨੂੰ ਕੀ ਉਪਦੇਸ਼ ਦਿੰਦੇ ਨੇ ਗੌੜੀ ਰਾਗ ਦੇ ਵਿੱਚ। ਇਹ ਆਪਾਂ ਪ੍ਰੇਮ ਸਹਿਤ ਸਰਵਣ ਕਰੀਏ, ਸਾਰੇ ਮਨ ਚਿਤ ਇਕਾਗਰ ਕਰਕੇ ਸਰਵਣ ਕਰੋ ਜੀ। ਵਾਹਿਗੁਰੂ ਜੀ। ਗੌੜੀ ਮਹੱਲਾ ਨੌਵਾਂ। 9ਵੇਂ ਪਾਤਸ਼ਾਹ ਗੌੜੀ ਰਾਗ ਦੇ ਵਿੱਚ ਬਚਨ ਕਰ ਰਹੇ ਹਨ। ਸਾਧੋ ਇਹੋ ਮਨ ਗਾਹਿਓ ਨਾ ਜਾਈ। ਸਾਧੋ, ਹੇ ਭਲੇ ਪੁਰਸ਼ੋ, ਹੇ ਪਿਆਰਿਓ, ਹੇ ਸਾਧੂ ਜਣੋ, ਇਹ ਮਨ ਜਿਹੜਾ ਬੜਾ ਪਾਪੀ ਹੈ, ਗਹਿਓ ਤੋਂ ਭਾਵੇਂ ਪਕੜ ਦੇ ਵਿੱਚ ਨਹੀਂ ਆਉਂਦਾ, ਵਸ ਵਿੱਚ ਨਹੀਂ ਆਉਂਦਾ। ਗਹਿਓ ਨਾ ਜਾਈ, ਗਹਿਓ ਦਾ ਅਰਥ ਹੈ ਪਕੜ। ਇਹ ਪਕੜ 'ਚ ਨਹੀਂ ਆਉਂਦਾ ਹਰ ਕਿਸੇ ਦੇ। ਇਹ ਮਨ ਖੁੱਟ ਹਰ ਤੇਰਾ ਨਹੀਂ ਬਸਾਸਾ, ਤੂੰ ਬਹੁਤ ਉਦਮਾਤਾ, ਖਰਕਾ ਪੈ ਖਰਤੋ ਛੁੱਟੈ ਜਾਂ ਉੱਪਰ ਲਾਦਾ। ਖਰ ਨਾਮ ਖੋਤੇ ਦਾ ਹੈ। ਜਿਵੇਂ ਖੋਤਾ ਜਿੰਨਾ ਸਮਾਂ ਉੱਤੇ ਭਾਰ ਨਹੀਂ ਲੱਦਦੇ, ਖੜਾ ਦਲੱਤੇ ਮਾਰੀ ਜਾਂਦਾ। ਜਦੋਂ ਭਾਰ ਲੱਦ ਦਿੰਦਾ ਹੈ ਫਿਰ ਉਹ ਚੱਲਣ ਲੱਗ ਜਾਂਦਾ ਸਿੱਧਾ। ਇਸੇ ਤਰ੍ਹਾਂ ਹੀ ਤੇ ਸ਼ਬਦ ਦਾ ਭਾਰ ਪਾਉਣਾ ਪਵੇਗਾ ਮਨ ਤੇ। ਜਿਵੇਂ ਆ ਥੰਮਲਿਆਂ ਦੇ ਆਸਰੇ ਛੱਤ ਖੜੀ ਹੈ, ਜਿਉ ਮੰਦਰ ਕੋ ਥਾਮੈ ਥੰਮਣ ਤਿਉ ਗੁਰ ਕਾ ਸ਼ਬਦ ਮਣੇ ਅਸਥੰਮਣ। ਜਿਵੇਂ ਛੱਤ ਜਿਹੜੀ ਹੈ ਥੰਮਲਿਆਂ ਦੇ ਆਸਰੇ ਤੇ ਖੜਦੀ ਹੈ, ਇਸੇ ਤਰ੍ਹਾਂ ਸ਼ਬਦ ਰੂਪੀ ਥੰਮ ਦੇਣਾ ਪੈਣਾ ਮਨ ਨੂੰ। ਮਨ ਦੀ ਖੁਰਾਕ ਸ਼ਬਦ ਦੀ ਕਮਾਈ ਹੈ। ਤਨ ਦੀ ਖੁਰਾਕ ਜਿਹੜੀ ਹੈ ਭੋਜਨ ਹੈ। ਜੇ ਖੁਰਾਕ ਨਾ ਲਈਏ ਤਨ ਕਮਜ਼ੋਰ ਹੋ ਜਾਂਦਾ, ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਸੇ ਤਰ੍ਹਾਂ ਮਨ ਦੀ ਖੁਰਾਕ ਵਾਹਿਗੁਰੂ ਦਾ ਭਜਨ ਹੈ। ਸਾਧ ਸੰਗਤ ਜੀ, ਮਨ ਤਕੜਾ ਹੁੰਦਾ ਭਜਨ ਕਰਕੇ। ਭਜਨ ਕਰੇ ਬਿਨਾ ਮਨ ਵਸ ਵਿੱਚ ਨਹੀਂ ਆਉਂਦਾ, ਤੇ ਨਾ ਅੰਦਰੋਂ ਜਿਹੜੀ ਕਮਜ਼ੋਰੀ ਹੈ ਉਹ ਜਾਂਦੀ ਹੈ। ਕਾਇਰਤਾ ਜਿਹੜੀ ਹੈ ਨਾ ਉਹ ਖਤਮ ਹੁੰਦੀ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਜਦੋਂ ਨਿਰਭਉ ਵਾਹਿਗੁਰੂ ਨੂੰ ਜਿਹੜਾ ਜਪਦਾ ਹੈ ਉਹ ਸਾਰੇ ਡਰ ਭੈ ਤੋਂ ਰਹਿਤ ਹੋ ਜਾਂਦਾ। ਮਨ ਇੰਨਾ ਤਕੜਾ ਹੋ ਜਾਂਦਾ, ਉਹ ਡੋਲਦਾ ਨਹੀਂ ਕਦੇ ਵੀ। ਪੂਰਨ ਕਬਹੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ। ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨਾ ਘਾਟ। ਪੂਰਾ ਕਦੇ ਡੋਲਿਆ ਨਹੀਂ ਕਰਦਾ, ਪਰ ਪੂਰਨ ਮਨੁੱਖ ਬਣਦਾ ਕਿਵੇਂ ਹੈ? ਸ਼ਬਦ ਦੀ ਕਮਾਈ ਕਰਕੇ, ਪੂਰੇ ਗੁਰ ਕੀ ਬਾਣੀ ਨੂੰ ਪੜ੍ਹ ਕੇ। ਦੁਨੀਆ ਦਾ ਅੰਤਮ ਸੱਚ ਗੁਰਬਾਣੀ ਹੈ, ਬਾਕੀ ਸਭ ਕੁਝ ਇੱਥੇ ਬਿਨਸਨਹਾਰਾ ਹੈ। ਸਭ ਕੁਝ ਸ਼ਿਵਪੁਰੀ ਗਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਨਸ ਬਤਾਲਾ। ਬਿਸ਼ਨਪੁਰੀ, ਬ੍ਰਹਮਪੁਰੀ, ਸ਼ਿਵਪੁਰੀ ਇਹ ਵੀ ਨਹੀਂ ਰਹਿਣੀਆਂ ਜਦੋਂ ਮਹਾਪਰਲੋਂ ਆਵੇਗੀ। ਲੇਕਿਨ ਇੱਕ ਅਕਾਲ ਪੁਰਖ ਹੀ ਰਹਿਣ ਵਾਲਾ ਹੈ, ਤੇ ਉਹਦਾ ਜਿਹੜਾ ਨਾਮ ਹੈ ਨਾ, ਉਹਨੂੰ ਜਪ ਕੇ ਹੀ ਇਹ ਮਨ ਪਕੜ ਵਿੱਚ ਆਉਂਦਾ ਹੈ। ਨਹੀਂ, ਇਹ ਮਨ ਪਕੜ ਦੇ ਵਿੱਚ ਨਹੀਂ ਸਾਧ ਸੰਗਤ ਆਉਂਦਾ, ਡੋਲਦਾ ਰਹਿੰਦਾ। ਕਬਹੂ ਜੀਅਰਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਲੋਭੀ ਜੀਅਰਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਕਦੇ ਤਾਂ ਮਨ ਨਿਮਾਨ ਵੱਲ ਚਲਿਆ ਜਾਂਦਾ, ਮਨ ਕਹਿੰਦਾ ਮਾੜੇ ਪਾਸੇ ਚੱਲ, ਕਲੱਬਾਂ ਪੱਬਾਂ 'ਚ ਚੱਲ, ਲੈ ਜਾਂਦਾ ਦੱਬ ਕੇ ਉਧਰ ਨੂੰ। ਕਦੇ ਕਹਿੰਦਾ ਮੈਂ ਨਾਮ ਜਪਣ ਲੱਗ ਜਾਵਾਂ। ਲੋਭੀ ਜੀਅਰਾ ਥਿਰ ਨਾ ਰਹਿਤ ਹੈ। ਕਦੇ ਲੋਭ ਵਸ ਹੋ ਜਾਂਦਾ ਹੈ ਕਿ ਆਹ ਵੀ ਮੈਨੂੰ ਪ੍ਰਾਪਤ ਹੋ ਜਾਵੇ, ਆਹ ਵੀ ਮੈਂ ਪ੍ਰਾਪਤ ਕਰ ਲਵਾਂ। ਇਹ ਸਾਡੇ ਮਨ ਦੀ ਹਾਲਤ ਹੈ, ਡੋਲਦਾ ਰਹਿੰਦਾ ਹੈ ਸਾਧ ਸੰਗਤ ਜੀ। ਸੋ ਇਹ ਵਸ ਵਿੱਚ ਆਉਂਦਾ ਸਿਮਰਨ ਕਰਕੇ। ਜਦੋਂ ਆਪਾਂ ਸਿਮਰਨ ਕਰਨਾ ਸ਼ੁਰੂ ਕਰਦੇ ਹਾਂ, ਨਿਤਨੇਮ ਵਾਲੇ ਪਾਸੇ ਵੀ ਨਹੀਂ ਲੱਗਣ ਦਿੰਦਾ। ਪਹਿਲਾਂ ਤਾਂ ਰੁੱਖਾ ਜਿਹਾ ਲੱਗਦਾ ਹੈ, ਪਰ ਜਦੋਂ ਸਿਦਕ ਧਾਰਨ ਕਰਕੇ ਕੋਈ ਗੁਰੂ ਦਾ ਪਿਆਰਾ ਮਨ ਦੇ ਪਿੱਛੇ ਨਹੀਂ ਲੱਗਦਾ, ਗੁਰੂ ਦਾ ਓਟ ਆਸਰਾ ਲੈ ਕੇ ਲੱਗਿਆ ਰਹਿੰਦਾ ਨਿਤਨੇਮ ਵਾਲੇ ਪਾਸੇ, ਹੌਲੀ ਹੌਲੀ ਫਿਰ ਮਨ ਇਹ ਵਸ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ।
ਅਰਦਾਸ ਕਰੀ ਚੱਲੀਏ ਨੇਤਾ ਪ੍ਰਤੀ ਕਬੀਰ, ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ। ਕਈ ਪ੍ਰੇਮੀ ਕਹਿ ਦਿੰਦੇ ਐ ਜੀ ਨਿਤਨੇਮ ਤਾਂ ਕਰਦੇ ਆ, ਮਨ ਤਾਂ ਲੱਗਦਾ ਨਹੀਂ, ਮਨ ਤਾਂ ਵਸ ਆਉਂਦਾ ਨਹੀਂ। ਇਹ ਮਨ ਪਹਿਲਾਂ ਕਿਸੇ ਦਾ ਵੀ ਵਸ ਵਿੱਚ ਨਹੀਂ ਹੁੰਦਾ। ਇਹੀ ਸਵਾਲ ਸਿੱਖਾਂ ਨੇ 6ਵੇਂ ਪਾਤਸ਼ਾਹ ਨੂੰ ਪੁੱਛਿਆ ਸੀ, ਮੀਰੀ ਪੀਰੀ ਦੇ ਮਾਲਕ ਨੂੰ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ। ਕਹਿਣ ਲੱਗੇ ਸੱਚੇ ਪਾਤਸ਼ਾਹ ਬਾਣੀ ਪੜ੍ਹਦੇ ਆ, ਮਨ ਤਾਂ ਵਸ ਵਿੱਚ ਆਉਂਦਾ ਨਹੀਂ, ਮਨ ਤਾਂ ਲੱਗਦਾ ਨਹੀਂ, ਫਾਇਦਾ ਕੀ ਹੋਇਆ, ਲਾਭ ਤਾਂ ਨਹੀਂ ਕੋਈ ਮਿਲਦਾ ਹੋਣਾ। ਸਤਿਗੁਰੂ ਮਹਾਰਾਜ ਕਹਿੰਦੇ ਘੜਾ ਲੈ ਕਰ ਆਓ। ਕੋਰਾ ਘੜਾ ਲਿਆਂਦਾ, ਮੱਖਣ ਵਿੱਚ ਪਾਇਆ ਤੇ ਕੱਢ ਲਿਆ। ਸਤਿਗੁਰੂ ਕਹਿੰਦੇ ਹੁਣ ਦੱਸੋ ਇਹਦੇ 'ਚ ਕੀ ਹੈ। ਮਹਾਰਾਜ ਥੰਧਿਆਈ ਰਹਿ ਗਈ, ਮੱਖਣ ਕੱਢ ਲਿਆ। ਇਸੇ ਤਰ੍ਹਾਂ ਭਾਈ ਜੇ ਮਨ ਨਹੀਂ ਵੀ ਲੱਗਦਾ, ਜੇ ਕੋਈ ਨਿਤਨੇਮ ਕਰਦਾ ਨੇਤਾ ਪ੍ਰਤੀ, ਤਾਂ ਜਿਹੜੀ ਥੰਧਿਆਈ ਹੈ ਨਿਤਨੇਮ ਦੀ ਉਹ ਰਹਿ ਜਾਂਦੀ ਹੈ। ਕਹਿਣ ਤੋਂ ਭਾਵ ਫਲ ਜ਼ਰੂਰ ਮਿਲਦਾ, ਫਲ ਵਿਅਰਥ ਨਹੀਂ ਜਾਂਦਾ। ਹੌਲੀ ਹੌਲੀ ਮਨ ਵਸ ਵਿੱਚ ਆਉਂਦਾ ਹੈ। ਕਈ ਛੱਡ ਦਿੰਦੇ ਨੇ ਅੱਕ ਕੇ, ਮਨ ਤਾਂ ਪਕੜ ਚ ਆਉਂਦਾ ਨਹੀਂ, ਬਾਣੀ ਪੜ੍ਹਨ ਦਾ ਕੀ ਫਾਇਦਾ। ਫਿਰ ਉਹਨਾਂ ਦਾ ਮਨ ਕਦੇ ਵੀ ਪਕੜ ਵਿੱਚ ਨਹੀਂ ਆਵੇਗਾ ਜਿਹੜਾ ਨਿਤਨੇਮ ਸੇਵਾ ਸਿਮਰਨ ਛੱਡ ਦੇਵੇਗਾ। ਮਹਾਰਾਜ ਸੱਚੇ ਪਾਤਸ਼ਾਹ ਇਹ ਉਪਦੇਸ਼ ਦੇ ਰਹੇ ਹਨ, ਸਾਧੋ ਹੇ ਭਲੇ ਪੁਰਸ਼ੋ, ਇਹ ਮਨ ਜਿਹੜਾ ਨਾ ਇਹ ਪਕੜ ਚ ਨਹੀਂ ਆਉਂਦਾ, ਵਸ ਵਿੱਚ ਨਹੀਂ ਆਉਂਦਾ। ਕਾਰਨ ਕੀ ਹੈ ਅੱਗੇ ਦੱਸ ਰਹੇ ਹਨ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਤੇ ਥਿਰ ਨਾ ਰਹਾਈ। ਮਹਾਰਾਜ ਕਹਿੰਦੇ ਕਾਰਨ ਇਹ ਹੈ ਭਾਈ, ਜਿਹੜੀ ਚੰਚਲ ਚਲਾਏਮਾਨ ਕਰਨ ਵਾਲੀ ਤ੍ਰਿਸ਼ਨਾ ਹੈ ਉਹ ਇਹਦੇ ਨਾਲ ਵਸਦੀ ਹੈ, ਨਾਲ ਰਹਿੰਦੀ ਹੈ। ਤਾਂ ਕਰਕੇ ਫਿਰ ਜਾਂ ਤੇ ਥਿਰ ਨਾ ਰਹਾਈ, ਤਾਂ ਕਰਕੇ ਫਿਰ ਇਹ ਥਿਰ ਨਹੀਂ ਰਹਿੰਦਾ, ਡੋਲਦਾ ਰਹਿੰਦਾ ਹੈ। ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ, ਕੋਟ ਜੋਰੈ ਲਾਖ ਕਰੋੜੈ, ਮਾਨਾ ਹੋਰੈ ਪਰੇ ਪਰੇ ਹੀ ਕਿਉ ਲੂਝੀ ਹੈ। ਤ੍ਰਿਸ਼ਨਾ ਕਿਸੇ ਵਿਰਲੇ ਮਨੁੱਖ ਦੀ ਬੁਝਦੀ ਹੈ। ਐਸਾ ਸਮਾਂ ਚੱਲਦਾ ਹੈ ਅੱਜ ਲੱਖਾਂ ਪਤੀ ਕਰੋੜਪਤੀ ਬਣਨਾ ਚਾਹੁੰਦਾ ਹੈ, ਕਰੋੜਾਂ ਪਤੀ ਅਰਬਾਂ ਪਤੀ ਖਰਬਾਂ ਪਤੀ ਬਣਨਾ ਚਾਹੁੰਦਾ ਹੈ, ਮਿਲੀਅਨ ਟ੍ਰਿਲੀਅਨ ਸਾਧ ਸੰਗਤ। ਕਾਰਨ ਕਿਉਂਕਿ ਤ੍ਰਿਸ਼ਨਾ ਵਸ ਰਹੀ ਹੈ ਅੰਦਰ, ਤ੍ਰਿਸ਼ਨਾ ਦੀ ਅੱਗ ਮੱਚ ਰਹੀ ਹੈ। ਵੈਸੇ ਗੁਰੂ ਸਾਹਿਬ ਨੇ 4 ਅੱਗ ਦੀਆਂ ਨਦੀਆਂ ਦਾ ਜ਼ਿਕਰ ਕੀਤਾ ਜੋ ਸਾਡੇ ਅੰਦਰ ਵਗ ਰਹੀਆਂ ਨੇ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ, ਅੱਗ ਪਵਹਿ ਦੱਜੈ ਨਾਨਕਾ ਤਰੀਐ ਕਰਮੀ ਲੱਗ। ਹੰਸ ਨਾਮ ਈਰਖਾ ਦਾ ਹੈ। ਇਹ 3 ਪ੍ਰਕਾਰ ਦੀ ਹੁੰਦੀ ਹੈ। ਮਨ ਕਰਕੇ ਮਨ ਬਚ ਕਰਮ ਕਰਕੇ ਕਿਸੇ ਦਾ ਮਾੜਾ ਕਰਨਾ, ਮਨ ਕਰਕੇ ਕਿਸੇ ਦਾ ਬੁਰਾ ਸੋਚਣਾ, ਬਚ ਕਰਕੇ ਬਚਨ ਕਰਕੇ ਕਿਸੇ ਨੂੰ ਮੂੰਹ ਤੋਂ ਮਾੜਾ ਕਹਿ ਦੇਣਾ, ਕਰਮ ਕਰਕੇ ਭਾਵ ਸਰੀਰ ਕਰਕੇ ਕਿਸੇ ਤੇ ਹਮਲਾ ਕਰ ਦੇਣਾ ਕ੍ਰੋਧ ਵਸ ਹੋ ਕੇ। ਹੰਸ ਹੇਤ, ਹੇਤ ਮਤਲਬ ਮੋਹ, ਲੋਭ, ਲਾਲਚ, ਇਹ ਸਾਡੇ ਅੰਦਰ ਅੱਗ ਦੀਆਂ ਨਦੀਆਂ ਵਗ ਰਹੀਆਂ ਨੇ। ਕਲਯੁਗ ਦੇ ਜੀਵ ਇਹਨਾਂ 'ਚ ਪੈ ਰਹੇ ਤੇ ਪੈ ਪੈ ਕੇ ਮੱਚ ਰਹੇ ਹੈ। ਇਸ ਕਰਕੇ ਤ੍ਰਿਸ਼ਨਾ ਰੂਪੀ ਅੱਗ ਅੰਦਰ ਮੱਚ ਰਹੀ ਹੈ। ਤ੍ਰਿਸ਼ਨਾ ਇਹਦੇ ਨਾਲ ਵਸਦੀ ਹੈ ਜਿਹੜੀ ਕਿ ਚੰਚਲ ਕਰਨ ਵਾਲੀ ਹੈ ਮਨ ਨੂੰ। ਇਸ ਕਰਕੇ ਮਨ ਵਸ ਵਿੱਚ ਨਹੀਂ ਆਉਂਦਾ ਜਿੰਨਾ ਸਮਾਂ ਤ੍ਰਿਸ਼ਨਾ ਰੂਪੀ ਅੱਗ ਨਹੀਂ ਅੰਦਰੋਂ ਬੁਝਦੀ। ਸੋ ਤ੍ਰਿਸ਼ਨਾ ਰੂਪੀ ਅੱਗ ਜਿਹੜੀ ਹੈ ਇਹ ਵੀ ਸਿਮਰਨ ਨਾਮ ਅਭਿਆਸ ਨਾਲ ਹੀ ਮਿਟਦੀ ਹੈ। ਤ੍ਰਿਸ਼ਨਾ ਨਾਮ ਅਭਿਆਸ ਕਰਨ ਵਾਲੇ, ਸਿਮਰਨ ਕਰਨ ਵਾਲੇ ਇੱਕ ਛੱਪਰ ਦੇ ਵਿੱਚ ਵੀ ਆਪਣਾ ਜੀਵਨ ਕੱਢ ਲੈਂਦੇ ਨੇ ਸੁਖੀ ਸੁਖੀ, ਤੇ ਦੂਸਰੇ ਪਾਸੇ ਜਿਹੜੇ ਨਾਮ ਦਾ ਅਭਿਆਸ ਸਿਮਰਨ ਨਹੀਂ ਕਰਦੇ ਉਹ ਸੋਨੇ ਦੇ ਮਹਿਲਾਂ 'ਚ ਵੀ ਦੁਖੀ ਨੇ। ਸਾਧ ਸੰਗਤ ਜੀ, ਮਾਰਕੰਡੇ ਜੀ ਹੋਏ ਹੈ, ਕਿੰਨੀ ਲੰਮੀ ਉਮਰ ਹੋਈ, ਇੱਕ ਛਪਰੀ 'ਚ ਜੀਵਨ ਬਤੀਤ ਕਰ ਲਿਆ। ਜਥਾ ਲਾਭ ਤਥਾ ਸੰਤੁਸ਼ਟ ਵਾਲੀ ਅਵਸਥਾ, ਜੋ ਮਿਲ ਗਿਆ ਆਨੰਦ ਹੈ। ਭਾਈ ਹੇਮਾ ਜੀ ਗੁਰੂ ਅਰਜਨ ਸਾਹਿਬ ਦੇ ਸਮੇਂ ਹੋਰ ਕਿੰਨੇ ਸਿੱਖ ਹੋਏ ਜਿਹੜੇ ਆਰਥਿਕ ਪੱਖੋਂ ਭਾਵੇਂ ਗਰੀਬ ਸੀ ਪਰ ਨਾਮ ਰੂਪੀ ਖਜ਼ਾਨਾ ਸੀ ਉਹਨਾਂ ਦੇ ਕੋਲੇ। ਛਪਰਾਂ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰ ਲਿਆ ਉਹਨਾਂ ਨੇ, ਪਰ ਮਨ ਕਰਕੇ ਚੜ੍ਹਦੀ ਕਲਾ 'ਚ ਰਹੇ। ਸੋ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਭਾਈ ਮਾੜੇ ਘਰਾਂ 'ਚ ਰਹਿ, ਮਾੜਾ ਪਹਿਨ, ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਚੰਗੇ ਘਰ 'ਚ ਰਹਿ, ਚੰਗਾ ਸਾਫ ਸੁਥਰਾ ਪਹਿਨ, ਸਾਫ ਸੁਥਰਾ ਖਾ, ਪਰੰਤੂ ਨਾਮ ਦਾ ਪੱਲਾ ਨਹੀਂ ਕਦੇ ਛੱਡਣਾ। ਜੇ ਨਾਮ ਦਾ ਪੱਲਾ ਛੱਡਤਾ ਇਹ ਮਨ ਤੇਰੀ ਪਕੜ ਵਿੱਚ ਨਹੀਂ ਆਵੇਗਾ, ਕਿਉਂਕਿ ਚੰਚਲ ਕਰਨ ਵਾਲੀ ਤ੍ਰਿਸ਼ਨਾ ਜਿਹੜੀ ਹੈ ਉਹ ਇਹਦੇ ਨਾਲ ਅੰਦਰ ਵਸ ਰਹੀ ਹੈ। ਇਸ ਕਰਕੇ ਜਿਹੜਾ ਮਨ ਹੈ ਨਾਮ ਸਿਮਰਨ ਤੋਂ ਬਿਨਾ ਪਕੜ ਵਿੱਚ ਨਹੀਂ ਆਉਂਦਾ। ਰਹਾਉ, ਰਹਾਉ ਦਾ ਅਰਥ ਵਿਸ਼ਰਾਮ ਹੈ। ਦੂਸਰਾ ਅਰਥ ਸੰਸਾਰ ਚਲਾਏਮਾਨ ਹੈ, ਪਰਮੇਸ਼ਰ ਸਦੀਵ ਕਾਲ ਰਹਿਣ ਵਾਲਾ ਹੈ। ਤੀਸਰਾ ਅਰਥ ਨਾਭੀ,
ਜਿਵੇਂ ਸਰੀਰ ਦੀਆਂ ਨਾੜਾਂ ਦਾ ਕੰਟਰੋਲ ਧੁੰਨੀ 'ਚ ਹੁੰਦਾ ਹੈ, ਨਾਭੀ 'ਚ ਹੁੰਦਾ ਹੈ, ਇਸੇ ਤਰ੍ਹਾਂ ਸ਼ਬਦ ਦਾ ਕੇਂਦਰੀ ਭਾਵ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਹੈ। ਇਸ ਕਰਕੇ ਰਹਾਉ ਭਾਵ ਵਿਸ਼ਰਾਮ ਦੇ ਕੇ ਸਮਝਾਉਂਦੇ ਹਨ। ਕਠਨ ਕਠੋਰ ਘਟ ਹੀ ਕੇ ਭੀਤਰ, ਜਹ ਸੁਧ ਸਭ ਬਿਸਰਾਈ। ਕਠਨ ਕ੍ਰੋਧ, ਤੇ ਇਹਦੇ ਅੰਦਰ ਜਿਹੜਾ ਨਾ ਸਾਡੇ ਅੰਦਰ ਕੱਲਾ ਤ੍ਰਿਸ਼ਨਾ ਹੀ ਨਹੀਂ, ਕ੍ਰੋਧ ਵੀ ਵਸ ਰਿਹਾ ਹੈ। ਕਠਨ ਜਿਹੜਾ ਬੜਾ ਸਖਤ ਹੈ ਤੇ ਜਿਹੜਾ ਸਾਡੀ ਮਤ ਨੂੰ ਮਾਰ ਦਿੰਦਾ ਹੈ। ਕ੍ਰੋਧ ਨੂੰ ਬਾਣੀ 'ਚ ਚੰਡਾਲ ਵੀ ਕਿਹਾ ਹੈ। ਜਦੋਂ ਕ੍ਰੋਧ ਆਉਂਦਾ ਮਤ ਮਾਰੀ ਜਾਂਦੀ ਹੈ, ਬੁੱਧੀ ਖਤਮ ਹੋ ਜਾਂਦੀ ਹੈ। ਕਈ ਵਾਰੀ ਕ੍ਰੋਧ ਵਿੱਚ ਆ ਕੇ ਹੁੰਦਾ ਹੈ 1-2 ਮਿੰਟ ਦਾ ਹੀ ਹੈ, ਮਨੁੱਖ ਐਸਾ ਗਲਤ ਕਦਮ ਚੁੱਕ ਲੈਂਦਾ, ਫਿਰ ਜੇਲ੍ਹ ਦੇ ਵਿੱਚ ਬੈਠ ਕੇ ਸਾਰੀ ਉਮਰ ਪਛਤਾਉਂਦਾ ਹੈ। ਫਿਰ ਪਛਤਾਉਂਦਾ ਕਿ ਜੇ ਮੈਂ ਉਦੋਂ ਗੁੱਸੇ ਨੂੰ ਕੰਟਰੋਲ ਕਰ ਲਿਆ ਹੁੰਦਾ ਤਾਂ ਆਹ ਨਾ ਮੇਰੇ ਨਾਲ ਵਾਪਰਦਾ। ਠੀਕ ਹੈ, ਇੱਕ ਹੁੰਦਾ ਕ੍ਰੋਧ, ਜਦੋਂ ਸਿਮਰਨ ਕਰਾਂਗੇ ਕ੍ਰੋਧ ਵੀਰ ਰਸ ਵਿੱਚ ਬਦਲ ਜਾਵੇਗਾ। ਹੁਣ ਵੱਟ ਪਿੱਛੇ ਲੜਕੇ ਮਰ ਗਿਆ, ਘਰੇਲੂ ਝਗੜੇ ਪਿੱਛੇ ਕਿਸੇ ਦਾ ਕਤਲ ਕਰਤਾ, ਇਹ ਨਹੀਂ ਠੀਕ। ਇੱਕ ਹੁੰਦੀ ਆ ਕੌਮ ਦੇ ਪਿੱਛੇ ਕੁਰਬਾਨੀ ਕਰਨੀ, ਜਿਵੇਂ ਕੀਤੀ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਹੋਰਾਂ ਨੇ, ਭਾਈ ਜਿੰਦਾ, ਭਾਈ ਸੁੱਖਾ ਜੀ ਹੋਰਾਂ ਨੇ। ਇਹ ਆ ਵੀਰ ਰਸ, ਜੋਸ਼ ਵਿੱਚ ਆ ਕੇ ਕਿ ਸਾਡੇ ਧਰਮ ਤੇ ਸਾਡੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਹੈ ਤੇ ਸਾਧ ਸੰਗਤ ਜੀ ਅਣਖ ਤੇ ਗੈਰਤ ਨੂੰ ਵੰਗਾਰਿਆ ਹੈ, ਬਦਲਾ ਲਿਆ। ਇਹ ਵੀਰ ਰਸ ਹੈ, ਇਹਨੂੰ ਕ੍ਰੋਧ ਨਹੀਂ ਕਹਿ ਸਕਦੇ। ਸਿਮਰਨ ਕਰਨ ਦੇ ਨਾਲ ਕਾਮ ਜਿਹੜਾ ਹੈ ਸੁਰ ਵਿੱਚ ਹੋ ਜਾਵੇਗਾ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ ਵਾਲੀ ਅਵਸਥਾ ਬਣ ਜਾਵੇਗੀ। ਕ੍ਰੋਧ ਜਿਹੜਾ ਵੀਰ ਰਸ ਵਿੱਚ ਤਬਦੀਲ ਹੋ ਜਾਵੇਗਾ। ਮੋਹ ਜਿਹੜਾ ਹੈ ਪ੍ਰੇਮ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਪੰਜੇ ਹਰ ਇੱਕ ਦੇ ਵਿੱਚ ਨੇ, ਖਤਮ ਨਹੀਂ ਹੁੰਦੇ, ਪਰੰਤੂ ਸਿਮਰਨ ਕਰਕੇ ਇਹਨਾਂ ਪੰਜੇ ਵਿਕਾਰਾਂ ਨੂੰ ਸੁਰ ਵਿੱਚ ਕੀਤਾ ਜਾ ਸਕਦਾ ਹੈ। ਜੇ ਵਾਜਾ ਜਿਹੜਾ ਹਾਰਮੋਨੀਅਮ ਬੇਸੁਰਾ ਹੋ ਜੇ ਤਾਂ ਸੁਣਨ ਵਾਲਿਆਂ ਦਾ ਆਨੰਦ ਭੰਗ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਪੰਜ ਸਾਡੇ ਅੰਦਰ ਨੇ ਨਾ, ਹੁਣ ਇਹ ਬੇਸੁਰੇ ਹੋਏ ਨੇ। ਕਾਮ ਦੱਬੀ ਫਿਰਦਾ ਸਾਨੂੰ, ਕ੍ਰੋਧ ਦੱਬੀ ਫਿਰਦਾ ਹੈ, ਮੋਹ ਦੱਬੀ ਫਿਰਦਾ ਹੈ, ਲੋਭ ਦੱਬੀ ਫਿਰਦਾ ਹੈ, ਹੰਕਾਰ ਦੱਬੀ ਫਿਰਦਾ ਹੈ। ਪਰੰਤੂ ਜਦੋਂ ਸਿਮਰਨ ਕਰਾਂਗੇ ਸੰਤੋਖ ਵਿੱਚ ਹੋ ਜਾਣਗੇ, ਇਹ ਕੰਟਰੋਲ 'ਚ ਹੋ ਜਾਣਗੇ, ਸੁਰ 'ਚ ਹੋ ਜਾਣਗੇ। ਤੇ ਸਾਧ ਸੰਗਤ ਜੀ ਜਿਹੜਾ ਹੰਕਾਰ ਹੈ ਫਿਰ ਇਹ ਸਵੈਮਾਨ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਹੰਕਾਰ ਨਹੀਂ ਰਹਿੰਦਾ। ਸਿਮਰਨ ਦੀ ਐਸੀ ਤਾਕਤ ਹੈ। ਸੋ ਮਹਾਰਾਜ ਕਹਿੰਦੇ ਜਿੱਥੇ ਚੰਚਲ ਤ੍ਰਿਸ਼ਨਾ ਇਹਦੇ ਅੰਦਰ ਵਸਦੀ ਹੈ, ਉੱਥੇ ਕਠਨ ਕ੍ਰੋਧ ਵੀ ਇਹਦੇ ਅੰਦਰ ਵਸ ਰਿਹਾ ਹੈ। ਕਠਨ ਕ੍ਰੋਧ ਘਟ ਹੀ ਕੇ ਭੀਤਰ, ਜਹ ਸੁਧ ਸਭ ਬਿਸਰਾਈ। ਜਿਹੜਾ ਸਾਰੀ ਸੁੱਧ ਬੁੱਧ ਨੂੰ ਹੀ ਭੁਲਾ ਦਿੰਦਾ ਜਦੋਂ ਕ੍ਰੋਧ ਚੜ੍ਹਦਾ ਹੈ। ਕ੍ਰੋਧ ਦੇ ਵਿੱਚ ਆ ਕੇ ਆਪਾਂ ਨੇਤਾ ਪ੍ਰਤੀ ਦੇਖਦੇ ਹਾਂ, ਇੰਟਰਨੈਟ ਦਾ ਯੁੱਗ ਹੈ, ਕਿੰਨੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਵੀ ਕ੍ਰੋਧ ਵਿੱਚ ਆ ਕੇ ਆਪਣੇ ਪਰਿਵਾਰ ਨੂੰ ਇਹ ਖਤਮ ਕਰ ਲਿਆ। ਆਪਣੇ ਗੋਲੀ ਪਹਿਲਾਂ ਪਰਿਵਾਰ ਮਾਰਤਾ, ਫਿਰ ਆਪਣੇ ਗੋਲੀ ਮਾਰ ਲਈ। ਐਸਾ ਸਮਾਂ ਬਾਣਾ ਆਉਂਦਾ ਕਈ ਵਾਰੀ, ਕੋਈ ਮਾੜਾ ਕਰਮ ਅੱਗੇ ਆ ਜੇ, ਜਦੋਂ ਹੁੰਦਾ ਹੈ 1-2 ਮਿੰਟ ਦਾ ਹੀ ਹੈ, ਪਰ ਸਭ ਕੁਝ ਮੱਤ ਮਾਰ ਦਿੰਦਾ ਹੈ, ਬਰਬਾਦ ਕਰ ਦਿੰਦਾ ਹੈ। ਹੇ ਭਾਈ ਮਨ ਵਸ 'ਚ ਨਹੀਂ ਆਉਂਦਾ। ਕਾਰਨ ਕੀ ਹੈ? ਚੰਚਲ ਤ੍ਰਿਸ਼ਨਾ ਇਹਦੇ ਅੰਦਰ ਵਸ ਰਹੀ ਹੈ ਅਤੇ ਕਠਨ ਕ੍ਰੋਧ ਵੀ ਅੰਦਰ ਸਾਡੇ ਵਸ ਰਿਹਾ ਹੈ। ਇਹ ਤਾਂ ਵਾਹਿਗੁਰੂ ਕਿਰਪਾ ਕਰੇ ਤਾਂ ਇਹ ਵਿਕਾਰਾਂ ਤੋਂ ਖਹਿੜਾ ਛੁੱਟ ਸਕਦਾ ਹੈ। ਸੋ ਮਹਾਰਾਜ ਕਹਿੰਦੇ ਜਿੱਥੇ ਚੰਚਲ ਤ੍ਰਿਸ਼ਨਾ ਹੈ ਉੱਥੇ ਕਠਨ ਕ੍ਰੋਧ ਵੀ ਅੰਦਰ ਵਸ ਰਿਹਾ ਹੈ ਮਨੁੱਖ ਦੇ। ਰਤਨ ਗਿਆਨ ਸਭ ਕੋ ਹਿਰ ਲੀਨਾ, ਤਾਂ ਸਿਓ ਕਛ ਨਾ ਬਸਾਈ। ਜਿਹੜੀ ਤ੍ਰਿਸ਼ਨਾ ਹੈ ਸਾਧ ਸੰਗਤ ਜੀ ਤੇ ਕ੍ਰੋਧ ਹੈ ਜਿਹੜਾ ਨਾ, ਰਤਨ ਭਾਵ ਮਾਨਕ, ਰਤਨ ਗਿਆਨ, ਰਤਨਾ ਵਰਗਾ ਜਿਹੜਾ ਗਿਆਨ ਹੈ ਸਭ ਕੋ ਹਿਰ ਲੀਨਾ, ਇਹਨੂੰ ਨਾਸ਼ ਕਰ ਦਿੰਦਾ ਹੈ। ਅਕਲ ਤੇ ਪਰਦਾ ਪੈ ਜਾਂਦਾ ਜਦੋਂ ਕ੍ਰੋਧ ਚੜ੍ਹਦਾ ਹੈ। ਇੱਕੋ ਇੱਕ ਬਸ ਇਲਾਜ ਹੈ ਨਾਮ ਸਿਮਰਨ। ਜਿਉਂ-ਜਿਉਂ ਨਾਮ ਦਾ ਅਭਿਆਸ ਵਧੇਗਾ ਤਿਉਂ-ਤਿਉਂ ਜਿਹੜੀ ਨੀਂਦ ਹੈ ਉਹ ਵੀ ਵਸ ਵਿੱਚ ਆ ਜਾਵੇਗੀ। ਖਾਣੇ ਪੀਣੇ ਤੇ ਵੀ ਕੰਟਰੋਲ ਹੋ ਜਾਵੇਗਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵੀ ਵਸ ਵਿੱਚ ਆ ਜਾਣਗੇ। ਸਾਧ ਸੰਗਤ ਜੀ ਬੜੇ ਵੱਡੇ ਮਹਾਤਮਾ ਹੋਏ ਐ,
ਸੰਤ ਆਤਰ ਸਿੰਘ ਮਹਾਰਾਜ 97 ਸਾਲ ਹੋ ਗਏ ਸੱਚਖੰਡ ਗਮਨ ਕੀਤਿਆਂ, ਥੋੜੇ ਦਿਨ ਪਹਿਲਾਂ ਬਰਸ਼ੀ ਲੰਘ ਕੇ ਗਈ ਹੈ। ਬੜਾ ਨਾਮ ਅਭਿਆਸ ਉਹਨਾਂ ਨੇ ਹਜੂਰ ਸਾਹਿਬ ਕੀਤਾ। ਪੰਜੇ ਵਕਾਰਾਂ ਤੇ ਜਿਹੜਾ ਫਤਿਹ ਪਾ ਲਵੇ ਨਾ, ਪੰਜੇ ਵਕਾਰਾਂ ਤੇ, ਇਹ ਸੂਰਮੇ ਦੱਸੇ ਆ ਬਾਣੀ ਦੇ ਵਿੱਚ, ਇਹਨਾਂ ਨੂੰ ਜਿੱਤਣਾ ਬੜਾ ਔਖਾ ਹੈ। ਹੁਣ ਰਾਵਣ ਕਿੱਡਾ ਵੱਡਾ ਵਿਦਵਾਨ ਸੀ, ਚਾਰੇ ਵੇਦਾਂ ਦਾ ਵਕਤਾ, ਪਰੰਤੂ ਕਾਮ ਨੇ ਉਹਦਾ ਸਭ ਕੁਝ ਨਾਸ਼ ਕਰਵਾ ਦਿੱਤਾ। ਮਛੰਦਰਨਾਥ ਵਰਗਿਆਂ ਦੀ ਮੱਤ ਮਾਰ ਦਿੱਤੀ। ਗੋਰਖਨਾਥ ਦਾ ਗੁਰੂ ਮਛੰਦਰਨਾਥ, ਇਹਨੂੰ ਵੀ ਕਾਮ ਤੇ ਕ੍ਰੋਧ ਨੇ ਸੁੱਟ ਲਿਆ ਸੀ। ਮਛੰਦਰਨਾਥ, ਸਾਧ ਸੰਗਤ ਜੀ, ਸੰਗਲਾਦੀਪ ਸ਼੍ਰੀਲੰਕਾ ਦਾ ਰਾਜਾ ਮਰ ਗਿਆ ਸੀ, ਆਮਰੂ। ਇਹ ਆਪਣੇ ਸਰੀਰ ਨੂੰ ਪਹਾੜਾਂ 'ਚ ਛੱਡ ਕੇ ਬਰਫਾਂ 'ਚ, ਇਹਦੇ ਕੋਲੇ ਇੱਕ ਸਿੱਧੀ ਸੀ, 18 ਪ੍ਰਕਾਰ ਦੀਆਂ ਸਿੱਧੀਆਂ ਨੇ, ਅਣਮਾ, ਮਹਿਮਾ, ਗਰਮਾ, ਲਗਮਾ। ਪਰ ਕਾਇਆ ਪ੍ਰਵੇਸ਼ ਸਿੱਧੀ ਦੁਆਰਾ ਉਹਦੇ ਸਰੀਰ 'ਚ ਵੜ ਗਿਆ ਸੀ ਜਾ ਕੇ। ਇਹ ਵੀ ਇੱਕ ਸਿੱਧੀ ਹੈ, ਆਪਣੇ ਸਰੀਰ ਦੇ ਵਿੱਚੋਂ ਰੂਹ ਨੂੰ ਕੱਢ ਕੇ ਦੂਸਰੇ 'ਚ ਪ੍ਰਵੇਸ਼ ਕਰ ਜਾਣਾ, ਇਹਨੂੰ ਪਰਕਾਇਆ ਪ੍ਰਵੇਸ਼ ਸਿੱਧੀ ਕਹਿੰਦੇ ਆ। ਤੇ ਉਹਦੀਆਂ ਇਸਤਰੀਆਂ ਨਾਲ ਭੋਗ ਵਿਲਾਸ ਕਰਕੇ ਪੁੱਤਰ ਪੈਦਾ ਕਰ ਦਿੱਤਾ। ਫਿਰ ਗੋਰਖਨਾਥ ਨੂੰ ਨਾਲ ਦੇ ਸਿੱਧਾਂ ਨੇ ਮਿਹਣਾ ਮਾਰਿਆ। ਇਹ ਸਾਰਾ ਜਿਹੜਾ ਨਾ ਬਾਣੀ 'ਚ ਦੱਸਿਆ, ਤੇ ਭਾਈ ਗੁਰਦਾਸ ਨੇ ਵੀ ਦੱਸਿਆ ਆਪਣੀ ਰਚਨਾ 'ਚ, ਇਹ ਐਵੇਂ ਕੋਈ ਮਨ ਘੜਤ ਸਾਖੀ ਨਹੀਂ। ਅੱਜ ਦੇ ਸਮੇਂ ਦੇ ਵਿੱਚ ਐਸੇ ਕੁਝ ਸਾਧ ਸੰਗਤ ਲੋਕ ਪੈਦਾ ਹੋ ਗਏ ਆ ਜਿਹੜੇ ਸ਼ਰਧਾ ਭਾਵਨਾ ਤੋੜਦੇ ਨੇ, ਹਰ ਗੱਲ ਨੂੰ ਗੱਪ ਕਹਾਣੀ ਕਹਿ ਦਿੰਦੇ ਆ। ਆਪ ਬਾਣੀ ਪੜ੍ਹਨੀ ਨਹੀਂ, ਆਪ ਸੇਵਾ ਕਰਨੀ ਨਹੀਂ, ਹੋਰਾਂ ਦੀ ਸ਼ਰਧਾ ਭਾਵਨਾ ਨੂੰ ਖਤਮ ਕਰ ਰਹੇ ਹੈ। ਸੋ ਫਿਰ ਗੋਰਖਨਾਥ ਜੀ ਉੱਥੇ ਗਏ। ਜੋਗੀਆਂ ਦਾ ਵੜਨਾ ਬੰਦ ਸੀ, ਪਰ ਗੋਰਖਨਾਥ ਜੀ ਉੱਥੇ ਫਿਰ ਤਬਲਾ ਵਜਾਉਣ ਵਾਲੇ ਦਾ ਭੇਸ ਧਾਰਨ ਕਰਕੇ ਗਏ। ਉੱਥੇ ਫਿਰ ਜਦੋਂ ਬੈਠਾ ਸੀ, ਸ਼ਕਲ ਤਾਂ ਜਿਹੜੀ ਸੀ ਰਾਜੇ ਅਮਰੂ ਦੀ ਸੀ, ਪਰ ਅੰਦਰ ਰੂਹ ਮਛੰਦਰਨਾਥ ਦੀ ਸੀ। ਫਿਰ ਗੋਰਖਨਾਥ ਨੇ ਤਬਲੇ ਤੇ ਉਹ ਆਵਾਜ਼ ਕੱਢੀ, ਜਾਗ ਮਛੰਦਰਾ ਗੋਰਖ ਆਇਓ। ਫਿਰ ਇਹਨੂੰ ਕਿਤੇ ਸਾਧ ਸੰਗਤ ਜੀ ਸੁਰਤ ਆਈ। ਫਿਰ ਗੁਰੂ ਨਾਨਕ ਦੇ ਚਰਨੀ ਪਾਇਆ ਸੀ ਗੋਰਖਨਾਥ ਨੇ। ਗੁਰੂ ਨਾਨਕ ਰੂਪ ਸਾਧੂ ਦੀ ਧੂੜੀ ਮਸਤਕ ਨੂੰ ਲਾ ਕੇ ਵਕਾਰ ਜਿਹੜੇ ਅੰਦਰੋਂ ਖਤਮ ਹੋ ਜਾਂਦੇ ਨੇ। ਸਾਧੂ ਧੂਰ ਲਾਈ ਮੁਖ ਮਸਤਕ, ਕਾਮ ਕ੍ਰੋਧ ਵਿਖ ਜਾਰੋ। ਪਰ ਸਾਧੂ ਕੋਈ ਪਖੰਡੀ ਨਹੀਂ ਹੋਣਾ ਚਾਹੀਦਾ। ਪੂਰਨ ਸਾਧੂ ਦੀ ਜਿਹੜੀ ਚਰਨ ਧੂੜ ਹੈ, ਜਿਹੜਾ ਆਸ਼ੀਰਵਾਦ ਹੈ, ਜ਼ਹਿਰੀਲੇ ਵਕਾਰਾਂ ਨੂੰ ਖਤਮ ਕਰ ਦਿੰਦਾ ਹੈ। ਐਸੇ ਪੂਰਨ ਸਾਧੂ ਸੰਤ ਆਤਰ ਸਿੰਘ ਮਹਾਰਾਜ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਸੰਤ ਰਾੜੇ ਵਾਲੇ ਐਸੇ ਮਹਾਤਮਾ ਸਾਧ ਸੰਗਤ ਹੋਏ ਹੈ। ਸੋ ਐਸੇ ਜਿਹੜੇ ਮਹਾਤਮਾ ਨੇ, ਉਹਨਾਂ ਨੇ ਇਹਨਾਂ ਵਕਾਰਾਂ ਤੇ ਫਤਿਹ ਪਾਈ। ਗੁਰੂ ਕਿਰਪਾ ਕਰ ਦੇਵੇ, ਗੁਰ ਕਿਰਪਾ ਜੇ ਨਰਕੋ ਕੀਨੀ, ਤੈ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਇਹ ਤਾਂ ਗੁਰੂ ਕਿਰਪਾ ਜੇ ਕਰ ਦੇਵੇ। ਆਪਾਂ ਬੇਨਤੀਆਂ ਕਰੀਏ, ਮਹਾਰਾਜ ਇਹ ਸਾਨੂੰ ਵੀ ਅਵਸਥਾ ਬਖਸ਼ਿਸ਼ ਕਰ ਦੋ, ਤੇ ਸਤਿਗੁਰੂ ਦਇਆ ਦ੍ਰਿਸ਼ਟੀ ਕਰਕੇ ਬਖਸ਼ ਸਕਦੇ ਹੈ। ਇਹਨਾਂ ਵਕਾਰਾਂ ਤੋਂ ਬਚਣ ਦਾ ਹੋਰ ਕੋਈ ਸਾਧਨ ਨਹੀਂ ਬਿਨਾਂ ਨਾਮ ਸਿਮਰਨ ਤੋਂ। ਇਸ ਕਰਕੇ ਰਤਨ ਗਿਆਨ ਸਭ ਕੋ ਹਿਰ ਲੀਨਾ, ਇਹ ਜਿਹੜਾ ਕ੍ਰੋਧ ਹੈ ਨਾ, ਇਹ ਵਕਾਰ ਨੇ ਜਿਹੜੇ ਰਤਨਾ ਵਰਗੇ ਗਿਆਨ ਨੂੰ ਵੀ ਨਾਸ਼ ਕਰ ਦਿੰਦੇ ਨੇ। ਤਾਂ ਸਿਓ ਕਛ ਨਾ ਵਸਾਈ, ਇਹਨਾਂ ਦਾ ਵਸਾ ਕੋਈ ਨਹੀਂ ਸਾਧ ਸੰਗਤ ਜੀ। ਇਸ ਕਰਕੇ ਕਦੇ ਵੀ ਇਹਨਾਂ ਦਾ ਵਸਾ ਨਹੀਂ ਕਰਨਾ ਚਾਹੀਦਾ। ਇਹ ਮਨ ਜਿਹੜਾ, ਮਨ ਦੀ ਪ੍ਰਥਾਏ ਸਤਿਗੁਰੂ ਦੱਸਦੇ ਹੈ ਕਿ ਮਨ ਕਿੰਨਾ ਪਾਪੀ ਹੈ, ਕਿੰਨਾ ਮਨ ਜਿਹੜਾ ਹੈ ਪਕੜ 'ਚ ਨਹੀਂ ਆਉਂਦਾ। ਪਰ ਮਨ ਵਰਗਾ ਮਿੱਤਰ ਬਣੀ ਇੱਕ ਜਗ੍ਹਾ ਬਾਣੀ 'ਚ ਇਹ ਵੀ ਆਉਂਦਾ, ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾਹ ਮਿਲਿਆ ਨਾ ਕੋਈ। ਜੇ ਤਾਂ ਲੱਗ ਗਿਆ ਗੁਰੂ ਦੀ ਕਿਰਪਾ ਨਾਲ ਚੰਗੇ ਪਾਸੇ, ਇਹਦੇ ਵਰਗਾ ਮਿੱਤਰ ਨਹੀਂ। ਜੇ ਸਾਧ ਸੰਗਤ ਜੀ ਕੋਈ ਮਾੜਾ ਕਰਮ ਅੱਗੇ ਆ ਗਿਆ, ਗਲਤ ਪਾਸੇ ਚੱਲ ਗਿਆ, ਫਿਰ ਇਹਦੇ ਵਰਗਾ ਬੈਰੀ ਵੀ ਨਹੀਂ। ਬਰਾਗ ਸ਼ਤਕ ਗ੍ਰੰਥ ਵਿੱਚ ਰਾਜਾ ਭਰਥਰੀ ਜੀ ਲਿਖਦੇ ਨੇ, ਮਨ ਰਿਪ ਜੀਤੇ ਸਭ ਰਿਪ ਜੀਤੇ। ਇਹ ਪੰਕਤੀ ਦਾ ਅਰਥ ਹੈ, ਜੇ ਮਨ ਰੂਪੀ ਦੁਸ਼ਮਣ ਜਿਉਂਦਾ, ਸਾਰੇ ਦੁਸ਼ਮਣ ਜਿਉਂਦੇ ਹਨ। ਅੱਗੇ ਫੇਰ ਕਹਿ ਦਿੱਤਾ, ਮਨ ਰਿਪ ਜੀਤੇ ਸਭ ਰਿਪ ਜੀਤੇ, ਕਿ ਭਾਈ ਜੀ ਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ, ਸਾਰੇ ਵੈਰੀਆਂ ਨੂੰ, ਸਾਰੇ ਜੱਗ ਨੂੰ ਜਿੱਤ ਲਿਆ। ਜਪੁਜੀ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਨੇ, ਮਨ ਜੀਤੈ ਜਗ ਜੀਤ। ਜਿਹਨੇ ਮਨ ਜਿੱਤ ਲਿਆ, ਜੱਗ ਜਿੱਤ ਲਿਆ। ਵੈਸੇ ਸੰਸਾਰ ਨੂੰ ਕੋਈ ਜਿੱਤ ਨਹੀਂ ਸਕਦਾ। ਇਸ ਕਰਕੇ ਭਾਈ ਇਹ ਤਾਂ ਜਿਹੜੇ ਵਕਾਰ ਨੇ ਨਾ, ਰਤਨਾ ਵਰਗੇ ਗਿਆਨ ਨੂੰ ਵੀ ਅੰਦਰੋਂ ਨਾਸ਼ ਕਰ ਦਿੰਦੇ ਹਨ, ਸ਼ੁੱਧ ਬੁੱਧ ਰਹਿਣ ਨਹੀਂ ਦਿੰਦੇ। ਜਿੰਨਾ ਸਮਾਂ ਮਨੁੱਖ ਗੁਰੂ ਦਾ ਪੱਲਾ ਨਹੀਂ ਫੜਦਾ,
ਐਸੀ ਹਾਲਤ ਦੱਸੀ ਹੈ ਪਾਤਸ਼ਾਹ ਨੇ। ਜੋਗੀ ਜਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਵੱਡੇ ਵੱਡੇ ਜੋਗੀ, ਜੋਗ ਨਾਮ ਜੁੜਦਾ ਹੈ। ਤੁਸੀਂ ਸੁਣਿਆ ਮਛੰਦਰਨਾਥ ਵਰਗੇ, ਗੋਰਖਨਾਥ ਵਰਗੇ ਵੱਡੇ ਵੱਡੇ ਜੋਗੀ, ਜਿਨ੍ਹਾਂ ਨੂੰ ਇਹਨਾਂ ਬਕਾਰਾਂ ਨੇ ਸਾਧ ਸੰਗਤ ਜੀ ਸੁੱਟ ਲਿਆ। ਵੱਡੇ ਵੱਡੇ ਯਤਨ ਕਰਕੇ ਥੱਕ ਗਏ, ਪਰ ਪ੍ਰੇਮਾ ਭਗਤੀ ਤੋਂ ਬਿਨਾਂ ਇਹ ਅੰਦਰੋਂ ਨਾਸ਼ ਨਹੀਂ ਹੁੰਦੇ ਤੇ ਮਨ ਪਕੜ ਵਿੱਚ ਨਹੀਂ ਆ ਸਕਦਾ। ਪ੍ਰੇਮਾ ਭਗਤੀ ਤੋਂ ਬਿਨਾਂ ਸਾਚ ਕਹੂੰ ਸੁਣ ਲਓ ਸਭੈ ਜਨ ਪ੍ਰੇਮ ਕੀਓ ਤਿਨ ਹੀ ਪ੍ਰਪ ਆਇਓ। ਹੁਣ ਹੱਠ ਯੋਗ ਦੁਆਰਾ ਇਹ ਮਨ ਵਸ ਵਿੱਚ ਨਹੀਂ ਆਉਂਦਾ। ਸਿੱਧਾਂ ਦਾ ਰਾਹ ਹੱਠ ਯੋਗ ਦਾ ਸੀ, ਕੀੜੀ ਮਾਰਗ ਸੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਨਾਮ ਜੋਗ ਲੈ ਕੇ ਸੰਸਾਰ ਵਿੱਚ ਆਇਆ ਹਾਂ, ਮੇਰਾ ਮਾਰਗ ਪੰਛੀ ਮਾਰਗ ਹੈ। ਕਹਿਣ ਲੱਗੇ ਇਹਦਾ ਕੀ ਭਾਵ ਹੈ? ਮਹਾਰਾਜ ਕਹਿੰਦੇ ਇਹ ਇਉਂ ਹੈ ਜਿਵੇਂ ਕੋਈ ਦਰਖਤ ਹੈ, ਦਰਖਤ ਦੀ ਟੀਸੀ ਦੇ ਉੱਪਰ ਕੀੜੀ ਨੇ ਚੜ੍ਹਨਾ ਹੋਵੇ, ਕੀੜੀ ਨੂੰ ਟਾਈਮ ਬੜਾ ਲੱਗੇਗਾ। ਪੰਛੀ ਇੱਕਦਮ ਉਡਾਰੀ ਮਾਰ ਕੇ ਦਰਖਤ ਦੀ ਟੀਸੀ ਤੇ ਜਾ ਬਹਿੰਦਾ ਹੈ। ਇਸੇ ਤਰ੍ਹਾਂ ਤੁਹਾਡਾ ਜਿਹੜਾ ਮਾਰਗ ਹੈ ਇਹਦੇ ਵਿੱਚ ਕਠਨ ਸਾਧਨ ਨੇ, ਨੇਤੀ ਧੋਤੀ ਕਪਾਲੀ ਆਦਿਕ। ਗ੍ਰਸਤੀਆਂ ਕੋਲੇ ਕਿਹਦੇ ਕੋਲੇ ਟਾਈਮ ਹੈ ਇੰਨਾ? ਇਸ ਕਰਕੇ ਮੈਂ ਨਾਮ ਯੋਗ ਵਰਤਾਇਆ ਹੈ। ਜੈਸੇ ਜਲ ਮਹਿ ਕਮਲ ਨਰਾਲ ਮੁਰਗਾਈ ਨਿਸ਼ਾਨੈ, ਸੁਰਤ ਸ਼ਬਦ ਭਵ ਸਾਗਰ ਤਰੀਆ, ਨਾਨਕ ਨਾਮ ਬਖਾਣੈ। ਸੁਰਤ ਅਤੇ ਸ਼ਬਦ ਦਾ ਮਾਰਗ ਸੰਸਾਰ ਵਿੱਚ ਗੁਰੂ ਸਾਹਿਬ ਨੇ ਚਲਾਉਣਾ ਕੀਤਾ ਕਿ ਮੇਰਾ ਸਿੱਖ ਗ੍ਰਸਤੀ ਕੰਮ ਵੀ ਕਰੇ, ਹੱਥਾਂ ਨਾਲ ਕਿਰਤ ਕਰੇ ਤੇ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਰੱਖੇ, ਪ੍ਰੇਮਾ ਭਗਤੀ ਕਰੇ ਮੇਰਾ ਜਿਹੜਾ ਸਿੱਖ ਹੈ। ਇਉਂ ਫਿਰ ਉਹਦਾ ਜਿਹੜਾ ਛੁਟਕਾਰਾ ਹੋਵੇਗਾ। ਮੁਰਗਾਈ ਨਿਸ਼ਾਨ ਹੈ, ਜਿਵੇਂ ਮੁਰਗਾਈ ਹੁੰਦੀ ਹੈ ਨਾ, ਮੁਰਗਾਬੀ ਇੱਕ ਜਾਨਵਰ ਹੈ, ਛੱਪੜਾਂ 'ਚ ਰਹਿੰਦੀ ਹੈ 24 ਘੰਟੇ ਪਾਣੀ 'ਚ, ਪਰੰਤੂ ਜਦੋਂ ਇਹਨੂੰ ਕੱਢ ਕੇ ਦੇਖੀਏ ਤਾਂ ਇਹਦੇ ਪੰਖ ਸੁੱਕੇ ਦੇ ਸੁੱਕੇ। ਇਸੇ ਤਰ੍ਹਾਂ ਮੇਰੇ ਸਿੱਖ ਰਹਿਣਗੇ, ਪਰ ਘਰ ਪਰਿਵਾਰ ਵਿੱਚ ਰਹਿ ਕੇ ਹੀ ਸੰਨਿਆਸੀ ਹੋਣਗੇ, ਘਰ ਪਰਿਵਾਰ ਵਿੱਚ ਰਹਿ ਕੇ ਹੀ ਸਿੱਧ ਬਣਨਗੇ, ਘਰ ਪਰਿਵਾਰ ਵਿੱਚ ਰਹਿ ਕੇ ਹੀ ਜੋਗੀ ਹੋਣਗੇ। ਕਿਤੇ ਨਹੀਂ ਮਹਾਰਾਜ ਨੇ ਗ੍ਰਸਤੀ ਸਿੱਖਾਂ ਨੂੰ ਕਿਹਾ ਘਰ-ਬਾਰ ਛੱਡ ਕੇ ਸਿਰ ਮੂੰਹ ਬਣਾ ਕੇ ਜੰਗਲਾਂ ਨੂੰ ਤੁਰ ਜਾਓ, ਨਹੀਂ। 10ਵੀਂ ਦੀ ਬਾਣੀ ਦੇ ਵਿੱਚ ਆਉਂਦਾ ਹੈ, ਸਿੱਖਾਂ ਨੇ ਪੁੱਛਿਆ ਮਹਾਰਾਜ ਸੰਨਿਆਸੀ ਬਾਰੇ ਦੱਸੋ। ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਹੇ ਭਾਈ, ਸੰਨਿਆਸੀ ਗੁਰੂ ਘਰ ਚ ਕੌਣ ਹੈ? ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੈ ਕਰ ਸਮਝੋ। ਹੇ ਗੁਰਸਿੱਖੋ, ਘਰ ਪਰਿਵਾਰ ਦੇ ਜੀਆਂ ਨੂੰ ਇਹ ਸਮਝ ਲਓ ਇਹ ਬਣਦੇ ਦਰਖਤ ਹਨ। ਦਰਖਤਾਂ ਦੀ ਨਿਆਈ ਸਮਝ ਕੇ ਘਰ ਪਰਿਵਾਰ ਵਿੱਚ ਰਹੋ। ਮਨ ਹੀ ਮਾਹੇ ਉਦਾਸਾ, ਉਦਾਸਾ ਤੋਂ ਭਾਵ ਵਿਰਾਗ ਵਿੱਚ ਰਹਿਣਾ ਹੈ ਕਿ ਸੰਸਾਰ ਚਲੋ ਚਲੀ ਦਾ ਮੇਲਾ ਹੈ। ਨਾਮ ਜਪਣਾ ਹੈ ਵਿਰਾਗ ਸਹਿਤ ਹੋ ਕੇ। ਮਨ ਹੀ ਮਾਹੇ ਉਦਾਸਾ, ਤੁਸੀਂ ਜਟਾਂ ਨਹੀਂ ਬਣਾਉਣੀਆਂ ਮੇਰੇ ਸਿੱਖੋ, ਸਵੇਰੇ ਸ਼ਾਮ ਕੰਘਾ ਕਰਨਾ ਹੈ। ਕੰਘਾ ਦੋਨੋਂ ਵਕਤ ਕਰ, ਪਾਗ ਚੁਨੇ ਕਰ ਬਾਂਦੀ, ਦਾਤਨ ਨੀਤ ਕਰੈ ਨਾ ਦੁੱਖ ਪਾਵੈ ਲਾਲ ਜੀ। ਐਸਾ ਬਚਨ ਆਉਂਦਾ ਹੈ। ਮੇਰਾ ਸਿੱਖ ਸਵੇਰੇ ਸ਼ਾਮ ਕੰਘਾ ਕਰੇ, ਦੰਦਾਂ ਤੇ ਦਾਤਨ ਬਰਸ਼ ਆਦਿਕ ਕਰੇ, ਪੱਗ ਨੂੰ ਚਿਣਕੇ ਬੰਨੇ। ਇਹ ਨਹੀਂ ਵੀ ਪੱਗ ਨੂੰ ਆ ਕਈ ਪ੍ਰੇਮੀ ਟੋਪੀ ਜੀ ਬਣਾ ਲੈਂਦੇ ਨੇ। ਤੇ ਸਾਧ ਸੰਗਤ ਜੀ, ਜਿੰਨਾ ਸਮਾਂ ਹੈ ਬਿਲਕੁਲ ਪੱਗ ਮੈਲੀ ਨਹੀਂ ਨਾ ਹੋ ਜਾਂਦੀ, 20-20 ਦਿਨ ਖਹਿੜਾ ਨਹੀਂ ਛੱਡਦੇ। ਸਵੇਰੇ ਆਉਣ ਵੇਲੇ ਧਰ ਲਈ ਟੋਪੀ ਵਾਂਗੂ, ਸ਼ਾਮ ਨੂੰ ਲਾ ਕੇ ਇਸੇ ਤਰ੍ਹਾਂ ਫੇਰ ਧਰਤੀ। ਨਹੀਂ, ਇਸ ਤਰ੍ਹਾਂ ਨਹੀਂ, ਕੱਲਾ ਕੱਲਾ ਲੜ ਕਰਕੇ ਪੱਗ ਨੂੰ ਉਤਾਰਨਾ ਹੈ, ਕੱਲਾ ਕੱਲਾ ਲੜ ਕਰਕੇ ਚਿਣਕੇ ਬੰਨਣਾ ਹੈ। ਮੇਰੇ ਸਿੱਖ ਨੇ ਜਟਾਂ ਨਹੀਂ ਵਧਾਉਣੀਆਂ, ਜਤ ਕੀ ਜਟਾ, ਜਤ ਦੀਆਂ ਜਟਾਂ ਬਣਾਉਣੀਆਂ ਨੇ। ਏਕਾ ਨਾਰੀ ਜਤੀ ਹੋਏ, ਆਪਣੀ ਇਸਤਰੀ ਤੋਂ ਬਾਕੀ ਤੋਂ ਬਿਨਾਂ ਧੀਆਂ ਭੈਣਾਂ ਮੰਨਣਾ ਸਭ ਨੂੰ, ਪਰ ਨਾਰੀ ਧੀ ਭੈਣ ਬਖਾਣਾ। ਪਰੰਤੂ ਇਹ ਜਿਹੜੇ ਬਕਾਰ ਨੇ ਕਿਤੇ ਸਟੈਂਡ ਤੇ ਰਹਿਣ ਦਿੰਦੇ ਆ। ਰਾਵਣ ਵਰਗੇ ਗਿਆਨੀ ਨੂੰ ਕਾਮ ਨੇ ਜਿੱਤ ਲਿਆ, ਵੱਡੇ ਵੱਡਿਆਂ ਨੂੰ। ਇੱਕ ਕਰੀਚਕ ਹੋਇਆ ਮਹਾਭਾਰਤ ਦੇ ਵਿੱਚ, ਉਹਦੇ ਪਾਸ ਤਾਕਤ ਸੀ, ਉਹਦੇ ਕੋਲੇ ਸਿੱਧੀ ਸੀ, ਹਜ਼ਾਰਾਂ ਹਾਥੀਆਂ ਜਿੱਡਾ ਬਲ ਸੀ, ਤੇ ਉਹਦਾ ਜਿਹੜਾ ਮਨ ਸੀ, ਇਹ ਵਿਰਾਟ ਰਾਜੇ ਦਾ ਸਾਲਾ ਸੀ। ਜਦੋਂ ਪਾਂਡਵ 1 ਸਾਲ ਦਾ ਅਗਿਆਤਵਾਸ ਕੱਟਣ ਵਾਸਤੇ ਗਏ ਹੈ, ਵੈਸੇ ਇਹ ਪੰਜਾਬ ਦੇ ਵਿੱਚ ਹੋਇਆ, ਵਿਰਾਟ ਰਾਜਾ ਕਰੀਚਕ ਸੀ ਜਿਹੜਾ, ਉਹ ਚ ਐਡਾ ਬਲ ਸੀ, ਉਹਦਾ ਮਨ ਦ੍ਰੋਪਦੀ ਤੇ ਡੋਲ ਗਿਆ ਸੀ। ਫੇਰ ਉਹਨੇ ਪਛਾਣ ਲਏ ਸੀ, ਕਹਿੰਦਾ ਮੈਂ ਰੌਲਾ ਪਾਵਾਂਗਾ, ਦੁਰਯੋਧਨ ਨੂੰ ਦੱਸਾਂਗਾ
ਕਿਉਂਕਿ ਅਗਿਆਤਵਾਸ ਦੇ ਵਿੱਚ ਇਹ ਸ਼ਰਤ ਲਾਈ ਸੀ ਦੁਰਯੋਧਨ ਨੇ ਕਿ 12 ਸਾਲ ਦਾ ਬਨਵਾਸ ਹੈ, 1 ਸਾਲ ਦਾ ਅਗਿਆਤਵਾਸ ਹੈ, ਤੁਸੀਂ ਲੁਕ ਕੇ ਰਹਿਣਾ ਹੈ। ਜੇ ਤੁਸੀਂ 1 ਸਾਲ ਦੇ ਅਗਿਆਤਵਾਸ ਵਿੱਚ ਪਕੜੇ ਗਏ, ਤੁਸੀਂ ਲੱਭ ਲਏ ਅਸੀਂ ਨੇ, ਤਾਂ ਤੁਹਾਨੂੰ ਦੁਬਾਰੇ 12 ਸਾਲ ਬਨਵਾਸ ਕੱਟਣਾ ਪਊਗਾ। ਸਾਧ ਸੰਗਤ ਜੀ, ਤਾਂ ਫਿਰ ਇਹ ਕਹਿੰਦਾ ਮੈਂ ਰੌਲਾ ਪਾਵਾਂਗਾ। ਦ੍ਰੋਪਤਾ ਨੂੰ ਕਹਿਣ ਲੱਗਿਆ ਨਹੀਂ, ਸੰਬੰਧ ਬਣਾ ਮੇਰੇ ਨਾਲ, ਨਜਾਇਜ਼ ਰਿਸ਼ਤਾ ਰੱਖ। ਹੁਣ ਦ੍ਰੋਪਤਾ ਨੇ ਫਿਰ ਸਾਧ ਸੰਗਤ ਜੀ ਭੀਮ ਨੂੰ ਦੱਸਿਆ ਕਿ ਮਾੜਾ ਵਕਤ ਸਾਡੇ ਤੇ ਆ ਗਿਆ ਹੈ, ਇਹ ਮਜਬੂਰੀ ਦਾ ਫਾਇਦਾ ਚੁੱਕਣਾ ਚਾਹੁੰਦਾ ਹੈ। ਭੀਮ ਕਹਿਣ ਲੱਗਿਆ ਇਹਨੂੰ ਬੁਲਾ ਲੈ, ਪਰ ਚਲਿਆ ਆਪ ਗਿਆ ਦ੍ਰੋਪਦੀ ਦੀ ਜਗ੍ਹਾ ਤੇ, ਯੁੱਧ ਕਰਕੇ ਕ੍ਰੀਚਕ ਨੂੰ ਮਾਰਿਆ। ਇਹ ਭੀਮ ਜਿੰਨਾ ਹੀ ਤਕੜਾ ਸੀ, ਪਰੰਤੂ ਕਾਮ ਦੇ ਹੱਥੋਂ ਕਮਜ਼ੋਰ ਹੋ ਕੇ ਮਰਿਆ। ਇਸ ਕਰਕੇ ਤ੍ਰਿਸ਼ਨਾ ਦੇ ਹੱਥੋਂ ਆ ਗੰਗੂ ਜਿਹੜਾ ਸੀ, ਸਾਧ ਸੰਗਤ ਜੀ, ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾਇਆ। ਕਾਹਦੇ ਹੱਥੋਂ? ਤ੍ਰਿਸ਼ਨਾ ਦੇ ਵਸ ਹੋ ਕਰਕੇ। ਤੇ ਸਾਧ ਸੰਗਤ ਜੀ, ਗੰਗੂ ਦੇ ਪੱਲੇ ਕੀ ਪਿਆ? ਬਦਨਾਮੀ ਪਈ, ਲਾਹਨਤਾਂ ਪਈਆਂ ਤੇ ਜੁਗਾਂ ਜੁਗਾਂ ਤੱਕ ਪੈਂਦੀਆਂ ਰਹਿਣਗੀਆਂ। ਇਸ ਕਰਕੇ ਮਨ ਦੀ ਅਵਸਥਾ ਦੱਸ ਰਹੇ ਹਨ, ਜੋਗੀ ਯਤਨ ਕਰਤ ਸਭ ਹਾਰੇ। ਸਭ ਹਾਰ ਗਏ ਨੇ ਵੱਡੇ ਵੱਡੇ ਜੋਗੀ, ਫੇਰ ਵੀ ਇਹ ਵਸ ਵਿੱਚ ਨਹੀਂ ਆਇਆ। ਗੁਣੀ ਰਹੇ ਗੁਣ ਗਾਈ, ਵੱਡੇ ਵੱਡੇ ਗੁਣੀ ਜਨ ਸਾਧ ਸੰਗਤ ਜੀ ਗੁਣਾਂ ਨੂੰ ਗਾ ਕੇ ਗਾ ਰਹੇ ਨੇ, ਮੰਤਰਾਂ ਦਾ ਜਾਪ ਕਰ ਕਰਕੇ ਗਾ ਗਾ ਕੇ ਥੱਕ ਗਏ ਨੇ, ਪਰੰਤੂ ਇਹ ਮਨ ਵਸ ਵਿੱਚ ਨਹੀਂ ਆਇਆ। ਉਹਦਾ ਕਾਰਨ ਮਹਾਰਾਜ ਨੇ ਦੱਸਤਾ ਵੀ ਇੱਕ ਤਾਂ ਚੰਚਲ ਕਰਨ ਵਾਲੀ ਤ੍ਰਿਸ਼ਨਾ ਇਹਦੇ ਅੰਦਰ ਵਸਦੀ ਹੈ, ਕ੍ਰੋਧ ਵਸਦਾ ਹੈ, ਕਾਮ ਵਸਦਾ ਹੈ, ਲੋਭ ਮੋਹ ਅਹੰਕਾਰ ਅੰਦਰ ਵਸਦਾ ਹੈ। ਸਾਰੇ ਥੱਕ ਗਏ ਹਨ, ਪਰੰਤੂ ਇਹ ਵਸ ਵਿੱਚ ਨਹੀਂ ਆਉਂਦਾ। ਤੇ ਫਿਰ ਇਹ ਵਸ ਵਿੱਚ ਆਉਂਦਾ ਕਿਵੇਂ ਹੈ? ਅੱਗੇ ਮਹਾਰਾਜ ਦੱਸਦੇ ਹਨ, ਸਰਵਣ ਕਰੋ ਜੀ। ਜਨ ਨਾਨਕ ਹਰ ਭੈ ਦਇਆਲਾ, ਤੋ ਸਭ ਵਿਦ ਬਣ ਆਈ। ਜਦੋਂ ਗੁਰੂ ਸਾਹਿਬ ਕਹਿੰਦੇ ਜਨ ਨਾਨਕ ਸਭ ਭਏ ਦਿਆਲਾ, ਜਦੋਂ ਗੁਰੂ ਅੱਗੇ ਅਰਦਾਸ ਕਰੀ ਜਾਵਾਂਗੇ, ਸੱਚੇ ਪਾਤਸ਼ਾਹ ਕਿਰਪਾ ਕਰੋ ਇਹ ਪਾਪੀ ਮਨ ਵਸ ਵਿੱਚ ਆ ਜਾਵੇ, ਮਹਾਰਾਜ ਕਹਿੰਦੇ ਫਿਰ ਸਤਿਗੁਰੂ ਦਿਆਲੂ ਕਿਰਪਾਲੂ ਹੋ ਜਾਂਦੇ ਹਨ। ਤੋ ਸਭ ਵਿਦ ਬਣ ਆਈ। ਤੇ ਫਿਰ ਇਹ ਸਾਰੀ ਵਿਧੀ ਜਿਹੜੀ ਹੈ ਬਣ ਆਉਂਦੀ ਹੈ। ਵਿਦ ਬਣ ਆਈ ਤੋਂ ਭਾਵ ਮਨ ਨੂੰ ਵਸ ਕਰਨ ਦੀ ਵਿਧੀ ਫਿਰ ਸਤਿਗੁਰੂ ਬਖਸ਼ ਦਿੰਦੇ ਹੈ। ਦਰੋਂ ਕਰੋ ਨਾਮ ਦੀ ਦਾਤ, ਨਾਮ ਜਪੇ ਬਿਨਾ, ਸਿਮਰਨ ਅਭਿਆਸ ਬਿਨਾ ਇਹ ਵਸ ਵਿੱਚ ਨਹੀਂ ਆ ਸਕਦਾ। ਸੋ ਇਸ ਕਰਕੇ ਸਾਧ ਸੰਗਤ ਜੀ, ਨਾਮ ਦਾ ਜਿਹੜਾ ਅਭਿਆਸ ਹੈ, ਮੂਲ ਮੰਤਰ ਕਰਨਾ, ਗੁਰਮੰਤਰ ਕਰਨਾ, ਇਹ ਤੋਂ ਬਿਨਾ ਇਹ ਵਸ ਵਿੱਚ ਨਹੀਂ ਆਉਂਦਾ ਮਨ। ਇਹ ਤੋਂ ਬਿਨਾ, ਨਾਮ ਸਿਮਰਨ ਤੋਂ ਬਿਨਾ ਅੰਦਰੋਂ ਵਿਕਾਰਾਂ ਦਾ ਜਿਹੜਾ ਖਾਤਮਾ ਨਹੀਂ ਹੋ ਸਕਦਾ। ਇਸ ਕਰਕੇ ਮਾੜੀ ਸੰਗਤ ਵਿੱਚ ਜਾਣ ਕਰਕੇ ਮਨ ਜ਼ਿਆਦਾ ਜਿਹੜਾ ਭਰਮਦਾ ਹੈ, ਭਟਕਦਾ ਹੈ। ਗੁਰ ਸ਼ਬਦ ਦਾ ਥੰਮ ਲਾ ਕੇ ਹੀ ਇਹ ਮਨ ਵਸ ਵਿੱਚ ਆਵੇਗਾ ਤੇ ਅੰਦਰੋਂ ਵਿਕਾਰਾਂ ਦਾ ਜਿਹੜਾ ਖਾਤਮਾ ਹੋਵੇਗਾ, ਨਾਸ਼ ਹੋਣਗੇ ਵਿਕਾਰ। ਇਹ ਮਹਾਰਾਜ ਨੇ ਕਹਿਤਾ ਜਦੋਂ ਸਤਿਗੁਰੂ ਦਿਆਲੂ ਕਿਰਪਾਲੂ ਹੁੰਦੇ ਐ, ਫਿਰ ਵਿਧੀ ਬਣ ਆਉਂਦੀ ਹੈ ਇਹ ਮਨ ਨੂੰ ਸਾਧ ਸੰਗਤ ਵਸ ਵਿੱਚ ਕਰਨ ਦੀ। ਇਸ ਕਰਕੇ ਮਹਾਰਾਜ ਨੇ ਤਾਂ ਜਗ੍ਹਾ ਜਗ੍ਹਾ ਕਿਹਾ, ਸਾਧੋ ਗੋਬਿੰਦ ਕੇ ਗੁਣ ਗਾਵੋ। ਹੇ ਭਾਈ ਭਲੇ ਪੁਰਸ਼ੋ, ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰੋ। ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਹੀ ਮਨ ਵਸ ਵਿੱਚ ਆਵੇਗਾ। ਨਹੀਂ ਤਾਂ ਤੁਸੀਂ ਸੁਣਿਆ ਵੱਡੇ ਵੱਡੇ ਬਲੀ ਪੁਰਸ਼ਾਂ ਨੂੰ ਇਹਨਾਂ ਵਿਕਾਰਾਂ ਨੇ ਕਿਵੇਂ ਡੋਬ ਦਿੱਤਾ। ਸੋ ਜਿੰਨਾ ਸਮਾਂ ਮਿਲਦਾ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਭਾਈ ਸਿਮਰਨ ਕਰ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾ। ਕਲਯੁਗ ਦੇ ਕਲੇਸ਼ 5 ਤਰ੍ਹਾਂ ਦੇ ਦੱਸੇ ਹੈ, ਅਵਿਦਿਆ, ਅਸਮਤਾ, ਰਾਗ, ਦਵੈਸ਼, ਇਹ ਸਾਰੇ ਸਾਧ ਸੰਗਤ ਜੀ ਕਲਯੁਗ ਦੇ ਇੱਕ ਤਰ੍ਹਾਂ ਦੇ ਕਲੇਸ਼ ਹੈ ਜਿਹੜੇ ਸਾਡੇ ਗਲ ਪਏ ਹੈ, ਜਿਨ੍ਹਾਂ ਕਰਕੇ ਬਾਰ-ਬਾਰ ਸਾਨੂੰ ਜੰਮਣਾ ਮਰਨਾ ਪੈਂਦਾ, ਜਿਨ੍ਹਾਂ ਦੇ ਅਧੀਨ ਹੋਣ ਕਰਕੇ। ਅਵਿਦਿਆ, ਅਗਿਆਨਤਾ। ਅਵਿਦਿਆ ਤੋਂ ਭਾਵ ਹੈ ਤਾਂ ਸਾਡਾ ਜੋਤ ਸਰੂਪ ਹੈ, ਅਗਿਆਨਤਾ ਦੇ ਵਸ ਹੋ ਕਰਕੇ, ਮਨ ਦੇ ਅਧੀਨ ਹੋ ਕਰਕੇ ਆਪਣੇ ਆਪ ਨੂੰ 3.5 ਮਨ ਦੀ ਦੇਹ ਮੰਨੀ ਜਾਂਦੇ ਆ। ਨਾਲੇ ਪਤਾ ਵੀ ਦੇਹ ਨੇ ਸਦਾ ਨਹੀਂ ਰਹਿਣਾ,
ਆਤਮਿਕ ਸਰੂਪ ਹੈ ਸਾਡਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਨ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਹੇ ਮਨਾ ਤੂੰ ਜੋਤ ਹੈ, ਤੇਰੇ ਅੰਦਰ ਸਭ ਮੈਂ ਜੋਤ ਜੋਤ ਹੈ ਸੋਏ। ਕਦੇ ਉਹਦਾ ਵੀ ਪਤਾ ਕਰ ਲੈ, ਕਦੇ ਉਹਦੇ ਬਾਰੇ ਵੀ ਸੋਚ ਲੈ ਕਿ ਮੈਂ ਜੋਤ ਨੂੰ ਕਿਵੇਂ ਪ੍ਰਗਟ ਕਰਾਂ, ਕਿਵੇਂ ਆਪਣੇ ਸਰੂਪ ਦੀ ਸਾਖਿਆਤਾ ਨੂੰ ਪ੍ਰਾਪਤ ਕਰਾਂ। ਅਵਿਦਿਆ ਅਗਿਆਨਤਾ ਹੈ। ਜਿਵੇਂ ਮੰਨ ਲਓ ਰਾਤ ਦਾ ਹਨੇਰਾ ਹੁੰਦਾ ਹੈ, ਰੱਸੀ ਪਈ ਹੁੰਦੀ ਆ ਮੰਜੇ ਦੇ ਥੱਲੇ। ਕਈ ਵਾਰੀ ਆਪਾਂ ਡਰਦੇ ਪੈਰ ਨਹੀਂ ਥੱਲੇ ਲਾਉਂਦੇ ਵੀ ਸੱਪ ਪਿਆ, ਪਰੰਤੂ ਜਦੋਂ ਦਿਨ ਚੜ੍ਹਦਾ ਫਿਰ ਆਪਣੇ ਆਪ ਤੇ ਹਾਸਾ ਆਉਂਦਾ ਕਿ ਹੈ ਰੱਸੀ ਸੀ, ਐਵੇਂ ਸੱਪ ਸਮਝ ਕੇ ਡਰੀਂਗੇ। ਇਸੇ ਤਰ੍ਹਾਂ ਭਾਈ ਅਗਿਆਨਤਾ ਦੇ ਵਸ ਹੋਏ ਆ। ਅਗਿਆਨਤਾ ਦੇ ਵਸ ਹੋਣ ਕਰਕੇ ਆਪਣੇ ਆਪ ਨੂੰ, ਇਹ ਸੰਸਾਰ ਨੂੰ ਸੱਚ ਮੰਨੀ ਬੈਠੇ ਆ, ਆਪਣੀ ਦੇਹ ਨੂੰ ਸੱਚ ਮੰਨੀ ਬੈਠੇ ਆ। ਪਰੰਤੂ ਨਹੀਂ, ਜਦੋਂ ਗੁਰੂ ਦੀ ਕਿਰਪਾ ਹੋਵੇਗੀ, ਗਿਆਨ ਦਾ ਦਿਨ ਚੜ੍ਹੇਗਾ, ਗਿਆਨ ਦਾ ਪ੍ਰਕਾਸ਼ ਹੋਵੇਗਾ, ਤਾਂ ਅੰਦਰੋਂ ਅਗਿਆਨਤਾ ਦਾ ਹਨੇਰਾ ਕੱਟਿਆ ਜਾਊ ਤੇ ਸਰੂਪ ਦੀ ਸਾਖਿਆਤਾ ਹੋ ਜਾਵੇਗੀ। ਵੇਖੋ ਭਾਈ ਗਿਆਨ ਕੀ ਆਈ ਆਂਦੀ, ਸਵੈ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਦੀ। ਇਸ ਕਰਕੇ ਫੇਰ ਇਹ ਅੰਦਰੋਂ ਜਿਹੜੇ ਕਲੇਸ਼ ਨੇ ਖਤਮ ਹੋ ਜਾਣਗੇ, ਮਨ ਵਸ ਵਿੱਚ ਆ ਜਾਵੇਗਾ ਜਦੋਂ ਗੁਰੂ ਦਿਆਲੂ ਕਿਰਪਾਲੂ ਹੋ ਕੇ ਨਾਮ ਦੀ ਦਾਤ ਬਖਸ਼ ਦੇਣਗੇ। ਆ ਵਿਦਿਆ, ਆ ਸਮਤਾ। ਆ ਸਮਤਾ ਤੋਂ ਭਾਵ ਵਾਧੇ ਘਾਟੇ 'ਚ ਉਲਝੇ ਰਹਿਣਾ। ਬਿਜ਼ਨਸ ਵਿੱਚ ਵਾਧਾ ਹੋ ਗਿਆ, ਖੁਸ਼ ਹੈ, ਘਾਟਾ ਪੈ ਗਿਆ, ਦੁਖੀ ਹੈ। ਰਾਗ, ਸਾਧ ਸੰਗਤ ਜੀ, ਰਾਗ ਤੋਂ ਭਾਵ ਕਿਸੇ ਨਾਲ ਮੋਹ ਪਾ ਲੈਣਾ, ਮੋਹ 'ਚ ਫਸ ਜਾਣਾ। ਰਾਗ, ਦਵੈਸ਼, ਈਰਖਾ ਦੇ ਅਧੀਨ ਹੋ ਜਾਣਾ, ਇਹ ਨੇ ਕਲਯੁਗ ਦੇ ਕਲੇਸ਼। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਤਨ ਦੇ ਕਲੇਸ਼, ਤਨ ਦੇ ਦੁੱਖ ਤੇ ਮਨ ਦੇ ਦੁੱਖ। ਮਨ ਨੂੰ ਇਹ ਦੁੱਖ ਚਿੰਬੜੇ ਹੈ, ਮਾਨਸਿਕ ਦੁੱਖ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ। ਮਨ ਦਾ ਦੁਖੀ ਹੋਈ ਜਾਣਾ ਸਾਰਾ ਦਿਨ। ਪਰ ਜੋ ਅਰਦਾਸ ਬੇਨਤੀ ਹੈ ਗੁਰੂ ਅੱਗੇ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਵਿਘਨ ਨਾ ਕੋਊ ਲਾਗੈ, ਜਾ ਕੀ ਪ੍ਰਭ ਅੱਗੇ ਅਰਦਾਸ। ਜਿਹੜੀ ਅਰਦਾਸ ਬੇਨਤੀ ਹੈ ਸਤਿਗੁਰਾਂ ਦੇ ਅੱਗੇ, ਇਹ ਤਿੰਨੇ ਪ੍ਰਕਾਰ ਦੇ ਆਦ, ਵਿਆਦ ਤੇ ਉਪਾਦ, ਤਿੰਨ ਪ੍ਰਕਾਰ ਦੇ ਇਹ ਤਾਪ ਨੇ ਚੜੇ ਹੋਏ ਸਾਨੂੰ। ਆਦ ਰੂਪ, ਵਿਆਦ ਰੂਪ ਤੇ ਉਪਾਦ ਰੂਪ। ਤੀਨੇ ਤਾਪ ਨਿਵਾਰਨ ਹਾਰਾ, ਗੁਰੂ ਜਿਹੜਾ ਤਿੰਨੇ ਪ੍ਰਕਾਰ ਦੇ ਤਾਪਾਂ ਦਾ ਨਿਵਾਰਨ ਕਰਨ ਵਾਲਾ ਹੈ। ਤਾਕੋ ਵਿਘਨ ਨਾ ਕੋਊ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਇਸ ਕਰਕੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਸਿਮਰੋ ਜਾਸ ਬਿਸਮ ਭਰ ਏਕੈ, ਬਿਸਮ ਭਰ ਪਾਠ ਹੈ। ਸਿਮਰੋ ਉਸ ਵਾਹਿਗੁਰੂ ਨੂੰ ਜਿਹੜਾ ਸਾਰੇ ਵਿਸ਼ਵ ਨੂੰ ਹਰੇ ਭਰੇ ਕਰਨ ਵਾਲਾ ਹੈ। ਬਿਸਮ ਭਰ, ਵਿਸ਼ਵ ਨੂੰ ਹਰੇ ਭਰੇ ਕਰਨ ਵਾਲਾ ਹੈ, ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ, ਰੋਜੀ ਦੇਣ ਵਾਲਾ ਵੀ ਹੈ ਤੇ ਲੈ ਵੀ ਕਰਨ ਵਾਲਾ ਆਪੇ ਹੈ। ਬਿਸਮ ਭਰ ਏਕ ਹੈ, ਨਾਮ ਜਪਤ ਅਗਣਤ ਅਨੇਕ ਹੈ। ਇਸ ਕਰਕੇ ਸਿਮਰਨ ਦਾ ਅਰਥ ਹੁੰਦਾ ਉਹਦੀ ਯਾਦ ਵਿੱਚ ਜੁੜਨਾ, ਵਾਹਿਗੁਰੂ ਦੀ ਯਾਦ ਵਿੱਚ ਜੁੜ, ਤਾਂ ਹੀ ਜਿਹੜਾ ਤੇਰਾ ਮਨ ਹੈ ਇਹ ਪਕੜ ਵਿੱਚ ਆਵੇਗਾ। ਵਾਹਿਗੁਰੂ ਦੀ ਯਾਦ ਵਿੱਚ ਜੁੜਿਆ, ਨਾ ਤਾਂ ਅੰਦਰੋਂ ਚੰਚਲ ਕਰਨ ਵਾਲੀ ਤ੍ਰਿਸ਼ਨਾ ਖਤਮ ਹੋਵੇ ਤੇ ਨਾ ਇਹ ਮਨ ਵਸ ਵਿੱਚ ਆਵੇ, ਨਾ ਅੰਦਰੋਂ ਜਿਹੜਾ ਕਠਨ ਕ੍ਰੋਧ ਹੈ ਨਾ ਉਹ ਵਸ ਵਿੱਚ ਹੋਵੇ। ਫਿਰ ਜਦੋਂ ਇਹ ਭਾਰੂ ਪੈ ਜਾਂਦੇ ਨੇ ਵਿਕਾਰ, ਇਹ ਜੀਵ ਦੇ ਗਿਆਨ ਨੂੰ ਚਰਾ ਲੈਂਦੇ ਹਨ। ਗਿਆਨ ਜਦੋਂ ਨਾਸ਼ ਹੋ ਜਾਂਦਾ ਤਾਂ ਜੀਵ ਫਿਰ ਗਲਤੀਆਂ ਦੇ ਵਿੱਚ ਗਲਤਾਨ ਹੋ ਜਾਂਦਾ ਹੈ, ਪਾਪਾਂ 'ਚ ਪ੍ਰਵਿਰਤ ਹੋ ਜਾਂਦਾ ਹੈ। ਇਸ ਕਰਕੇ ਜੋ ਅੱਜ ਦੀ ਵਿਚਾਰ ਹੈ, ਇੱਕੋ ਹੀ ਮਹਾਰਾਜ ਨੇ ਅਖੀਰ ਕਹਿ ਦਿੱਤਾ, ਅਖੀਰਲੀ ਪੰਕਤੀ ਦੇ ਵਿੱਚ, ਜਨ ਨਾਨਕ ਹਰ ਭਏ ਦਿਆਲਾ। ਗੁਰੂ ਅੱਗੇ ਜਿਹੜਾ ਅਰਦਾਸ ਕਰੇਗਾ ਸਤਿਗੁਰੂ ਉਹ ਤੇ ਦਿਆਲੂ ਕਿਰਪਾਲੂ ਹੋ ਜਾਣਗੇ। ਤੋ ਸਭ ਵਿਦ ਬਣ ਆਈ, ਫੇਰ ਭਾਈ ਵਿਧੀ ਬਣ ਆਵੇਗੀ ਮਨ ਨੂੰ ਵਸ ਵਿੱਚ ਕਰਨ ਦੀ। ਇੱਕੋ ਇੱਕ ਤਰੀਕਾ, ਸ਼ਬਦ ਦਾ ਨਿਚੋੜ ਇਹ ਹੈ, ਸੇਵਾ ਤੇ ਸਿਮਰਨ। ਦੋ ਗੱਲਾਂ ਨੇ ਜਿਹੜੀਆਂ ਇਸ ਮਨ ਨੂੰ ਵਸ ਵਿੱਚ ਕਰ ਸਕਦੀਆਂ ਹਨ, ਤੇ ਜਿਹਨੇ ਮਨ ਜਿੱਤ ਲਿਆ ਜੱਗ ਜਿੱਤ ਲਿਆ। ਆਓ ਇਹ ਸ਼ਬਦ ਦੀ ਵਿਚਾਰ ਸੀ ਮਨ ਦੇ ਸੰਬੰਧ ਵਿੱਚ। ਕਬੀਰ ਮਨ ਪੰਖੀ ਭਿਓ ਉੜ ਉੜ ਲਹਿਦ ਸਜਾਏ, ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ। ਕਬੀਰ ਸਾਹਿਬ ਨੇ ਇਹਨੂੰ ਪੰਛੀ ਕਹਿਤਾ ਕਿ ਉਡਾਰੀਆਂ ਮਾਰਦਾ ਹੈ, ਜਿਹੋ ਜੀ ਸੰਗਤ ਹੁੰਦੀ ਆ ਉਹਦੇ ਮੁਤਾਬਕ ਢਾਲ ਦਿੰਦਾ ਮਨੁੱਖ ਨੂੰ। ਇਸ ਕਰਕੇ ਆਪਾਂ ਚੰਗਿਆਂ ਦੀ ਸੰਗਤ ਕਰੀਏ ਤੇ ਮਨ ਵੀ ਫਿਰ ਚੰਗਾ ਹੋਊਗਾ। ਜਿਹੜਾ ਚੰਗੇ ਪੁਰਸ਼ਾਂ ਦੀ ਸੰਗਤ ਕਰਦਾ ਹੈ ਉਹਨੂੰ ਗ੍ਰੰਥਾਂ ਦੇ ਵਿੱਚ ਰਥੀ ਸੂਰਮਾ ਕਿਹਾ ਗਿਆ। ਕਲਯੁਗ ਦਾ ਰਥੀ ਸੂਰਮਾ ਹੈ।
ਜਿਹੜਾ ਸਿਮਰਨ ਕਰਕੇ ਦਸੇ ਇੰਦਰੀਆਂ ਤੇ ਕੰਟਰੋਲ ਕਰ ਲਵੇ ਉਹਨੂੰ ਮਹਾਰਥੀ ਸੂਰਮਾ ਕਿਹਾ ਕਲਯੁਗ ਦੇ ਸਮੇਂ 'ਚ। ਤੇ ਜਿਹੜਾ ਸਿਮਰਨ ਕਰਕੇ ਆਪਣੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਵੇ ਉਹ ਅਤਰਥੀ ਸੂਰਮਾ ਮੰਨਿਆ ਚੋਟੀ ਦਾ। 40 ਸਿੰਘ ਚਮਕੌਰ ਦੀ ਗੜੀ ਵਿੱਚ ਉਹ ਸੀ ਜਿਨ੍ਹਾਂ ਨੇ ਬਾਹਰੋਂ ਵੀ ਸਵਾ ਲੱਖ ਨਾਲ ਮੁਕਾਬਲਾ ਕਰਿਆ ਤੇ ਅੰਦਰੋਂ ਵੀ ਅਤਰਥੀ ਸੂਰਮੇ ਸੀਗੇ, ਸਿਮਰਨ ਕਰਕੇ ਜਿਹੜਾ ਸੀ ਮਨ ਰੂਪੀ ਦੁਸ਼ਮਣ ਨੂੰ ਜਿੱਤਿਆ ਹੋਇਆ ਸੀ। ਆਓ ਸਾਰਿਆਂ ਦਾ ਧੰਨਵਾਦ, ਸਿੰਘ ਸਾਹਿਬ ਜੀ ਦਾ ਧੰਨਵਾਦ।